ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮੇਸ਼ ਵਰਮਾ। मैं थोड़ा अपना सिद्धू मूसेवाला This is Sonam Bajwa. This is Gurundabat. Subscribe करो जी पिटारा Pitara. Pitara, the official YouTube channel right now. ਹਿਮਾਂਸ਼ੀ, ਸਭ ਤੋਂ ਪਹਿਲਾਂ ਮੈਂ ਜਿਹੜੀ ਸ਼ੁਰੂਆਤ ਕਰਨੀ ਨਾ ਤੁਹਾਡੀ ਸਟੇਟਮੈਂਟ ਤੋਂ ਹੀ ਕਰਨੀ ਆ। ਜੀ। ਤੁਸੀਂ ਆਈ ਥਿੰਕ ਥੋੜੀ ਦੇਰ ਹੋ ਗਈ, ਤੁਸੀਂ ਉਦੋਂ ਕਿਹਾ ਸੀਗਾ ਕਿ ਮੈਂ ਨਾ ਪੰਜਾਬੀ ਮਾਡਲਸ ਦੇ ਮਿਆਰ ਨੂੰ ਨਾ ਉੱਪਰ ਤੱਕ ਲੈ ਕੇ ਜਾਣਾ ਹੈ, ਲਾਈਕ ਜਿੱਥੇ ਸਾਰੇ ਉਹਨਾਂ ਨੂੰ ਪੂਰੀ ਰਿਸਪੈਕਟ ਦੇਣ, ਹਨਾ, ਜਦੋਂ ਦੇ ਤੁਸੀਂ ਆਏ ਹੋ ਇਸ ਫੀਲਡ ਦੇ ਵਿੱਚ। ਸੋ ਤੁਹਾਨੂੰ ਅੱਜ ਲੱਗਦਾ ਲਾਈਕ ਕਿੰਨੇ ਸਾਲ ਹੋ ਗਏ ਤੁਹਾਨੂੰ ਹੁਣ ਆਪਣੇ ਇੰਡਸਟਰੀ ਵਿੱਚ? ਇੰਡਸਟਰੀ 'ਚ 2011 10-11 ਤੋਂ ਆਈ ਸੀ ਮੈਂ। ਮਤਲਬ ਆਲਮੋਸਟ 10 ਇਅਰਸ ਆਪਾਂ ਜੇ ਲਾ ਕੇ ਚੱਲੀਏ, ਹਨਾ, ਮਤਲਬ 10 ਸਾਲ ਬਹੁਤ ਜ਼ਿਆਦਾ ਹੁੰਦੇ ਆ। ਤੇ ਤਾਂ ਅੱਜ ਜਦੋਂ ਤੁਸੀਂ ਇਕੱਲੇ ਬੈਠ ਕੇ ਸੋਚਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਲਾਈਕ ਮੈਂ ਉਹ ਚੀਜ਼ ਆਪਣੀ ਜੋ ਮੈਂ ਕਿਹਾ ਸੀ ਉਹ ਮੈਂ ਕਰ ਦਿੱਤਾ? ਲਾਈਕ ਨਾਟ ਰੀਅਲੀ, ਹਲੇ ਵੀ ਨਹੀਂ ਲੱਗਦਾ, ਕਿਉਂਕਿ ਮੈਂ ਕਾਫੀ ਵਾਰੀ ਸੋਚਦੀ ਹੁੰਦੀ ਹਾਂ ਵੀ ਜਿਵੇਂ ਇੱਕ ਤੋਂ ਬਾਅਦ ਇੱਕ ਚੈਲੰਜ ਹੁੰਦਾ ਹੈ ਕਿ ਜਿਵੇਂ ਪਹਿਲੇ ਮਾਡਲਸ ਦਾ ਨਾਮ ਗਾਣੇ ਦੇ ਪੋਸਟਰ ਤੇ ਨਹੀਂ ਸੀ ਦੇ ਪਾਉਂਦੇ, ਫਿਰ ਉਸ ਤੋਂ ਬਾਅਦ ਵੈਨਿਟੀਜ਼ ਨਹੀਂ ਸੀ ਦਿੰਦੇ, ਦੈਟ ਫੈਸਿਲਿਟੀਜ਼, ਹਨਾ, ਫਿਰ ਉਸ ਤੋਂ ਬਾਅਦ ਅਬਰੋਡ ਟੂਰਸ ਤੇ ਨਹੀਂ ਸੀ ਲੈ ਕੇ ਜਾਂਦੇ ਕਿਤੇ, ਫਿਰ ਉਸ ਤੋਂ ਬਾਅਦ ਅਵਾਰਡ ਫੰਕਸ਼ਨਸ ਦੇ ਵਿੱਚ ਉਨੀ ਪ੍ਰੈਫਰੈਂਸ ਨਹੀਂ ਸੀ ਦਿੰਦੇ, ਐਂਡ ਆਲਵੇਜ਼ ਆਈ ਕੈਂਡੀ ਵਾਲਾ ਸਿਸਟਮ ਵੀ ਅੱਛਾ ਗਾਣੇ ਦੇ ਵਿੱਚ ਆਈ, ਕੱਪੜੇ ਪਾਏ, ਸਿੰਗਰ ਦੇ ਆਲੇ ਦੁਆਲੇ ਡਾਂਸ ਕੀਤਾ, ਆਰਟਿਸਟ ਵਾਲਾ ਜਿਹੜਾ ਸੀਗਾ ਇੱਕ ਕਹਿ ਲਓ, ਹਾਂ, ਉਦੋਂ ਮਤਲਬ ਇੱਕ ਆਰਟਿਸਟ ਨਹੀਂ ਸੀ ਕਹਿੰਦੇ, ਆਰਟਿਸਟ ਨਹੀਂ ਸੀ ਕਹਿੰਦੇ, ਮਾਡਲ ਕਹਿੰਦੇ ਸੀਗੇ, ਮਤਲਬ ਮਾਡਲ, ਔਰ ਕੋਈ ਉਹਨੂੰ ਕ੍ਰੈਡਿਟਸ ਨਹੀਂ ਦੇਣੇ ਕਿਸੇ ਵੀ ਚੀਜ਼ ਦੇ ਵਿੱਚ। ਸੋ ਉਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਪੂਰੀਆਂ ਕਰ ਲਈਆਂ, ਜਿਵੇਂ ਕੁਝ ਵੀ ਹੁੰਦਾ ਨਾਲ ਇਕੁਅਲੀ ਪੁੱਛਦੇ ਆ ਕਿ ਅੱਛਾ ਤੁਸੀਂ ਇਸ ਚੀਜ਼ 'ਚ ਕੰਫਰਟੇਬਲ ਹੋ, ਤੁਹਾਡੇ ਨਾਲ ਆ ਤੁਸੀਂ ਆ ਕੱਪੜੇ ਪਾ ਸਕਦੇ ਹੋ, ਹਰ ਚੀਜ਼ 'ਚ ਰਿਸਪੈਕਟ ਮਿਲੀ ਆ। ਬਟ ਆਈ ਥਿੰਕ ਹਲੇ ਹੋਰ ਉੱਪਰ ਲੈ ਕੇ ਜਾਣਾ ਆ। ਹੋਰ ਕੀ ਸੋਚਿਆ ਹੁਣ? ਨੈਕਸਟ ਟਾਰਗੇਟਸ ਹੋਰ ਹੈਗੇ ਨੇ ਕਿ ਫਿਲਮਸ ਦੇ ਵਿੱਚ ਹਲੇ ਵੀ ਉਨੀ ਨਹੀਂ ਦਿੰਦੇ ਹੈਗੇ, ਫਿਲਮ ਇੰਡਸਟਰੀ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਹਲੇ। ਅੱਛਾ, ਇਹਦੇ 'ਚ ਸੌਰੀ, ਇਹਦੇ 'ਚ ਜਿੱਦਾਂ ਆਪਣਾ ਹੁਣ ਫੀਮੇਲ ਮਾਡਲਸ ਨੇ, ਉਹਨਾਂ ਦਾ ਹੁਣ ਲੈਵਲ ਬਹੁਤ ਹਾਈ ਹੋ ਗਿਆ, ਲਾਈਕ ਉਹਨਾਂ ਨੂੰ ਜ਼ਿਆਦਾ ਲੀਡ ਤੇ ਲਿਆ ਜਾਂਦਾ ਨਾ। ਪੰਜਾਬੀ ਆਪਣੇ ਜੋ ਮੇਲ ਮਾਡਲਸ ਨੇ ਉਹ ਥੋੜੇ ਜਿਹੇ ਘੱਟ ਗਿਆ, ਲਾਈਕ 2010 ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਉਦੋਂ ਪੰਜਾਬੀ ਉਦੋਂ ਜ਼ਿਆਦਾ ਹੁੰਦੇ ਸੀ, ਹਨਾ। ਤੇ ਹੁਣ ਫਿਲਮਾਂ ਦੇ ਵਿੱਚ ਲਾਈਕ ਇਦਾਂ ਕਿ ਐਕਟਰਸ ਜ਼ਿਆਦਾ ਨੇ, ਐਕਟਰਸਿਸ ਆਪਣੇ ਕੋਲ ਉਹੀ ਨੇ ਥੋੜੀਆਂ ਜੀਆਂ। ਹਾਂ ਬਿਲਕੁਲ, ਮੈਨੂੰ ਤੁਸੀਂ ਅਗਰ ਐਜ਼ ਆਡੀਅנס ਪੁੱਛੋ, ਜਦੋਂ ਕਿਸੇ ਐਕਟਰਸ ਦੀ ਗੱਲ ਆਉਂਦੀ ਆ, ਮੈਨੂੰ 4 ਐਕਟਰਸਿਸ ਤੋਂ ਬਾਅਦ ਕਿਸੇ ਦਾ ਨਾਮ ਹੀ ਨਹੀਂ ਪਤਾ ਹੁੰਦਾ। ਨੀਰੂ, ਸੋਨਮ, ਮੈਂਡੀ, ਸਿਮੀ, ਸਰਗੁਣ, ਵਾਮਿਕਾ, ਔਰ ਇਸ ਤੋਂ ਬਾਅਦ ਮੈਨੂੰ ਨਾਮ ਹੀ ਨਹੀਂ ਪਤਾ। ਸੋ ਜਿੱਦਾਂ ਬਹੁਤ ਸਾਰੇ ਸਿੰਗਰਸ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਬੈਸਟ ਐਕਟਰ ਸਾਬਿਤ ਕਰ ਦਿੱਤਾ, ਲਾਈਕ ਐਮੀ ਹੈ, ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਇੰਨੇ ਬ੍ਰਿਲੀਅੰਟ ਔਰ ਫਾਈਨ ਐਕਟਰ ਹੋਣਗੇ। ਸੋ ਉਵੇਂ ਹੀ ਐਵੇਂ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਚਾਂਸ ਮਿਲ ਗਿਆ, ਸੋ ਉਹਨਾਂ ਦਾ ਰਾਹ ਖੁੱਲ੍ਹ ਗਿਆ। ਬਟ ਉਹ ਚਾਂਸ ਉਹਨਾਂ ਨੂੰ ਕਿਵੇਂ ਮਿਲਿਆ, ਉਹ ਤਾਂ ਕਦੇ ਤੁਸੀਂ ਉਹਨਾਂ ਤੋਂ ਹੀ ਪੁੱਛਿਓ ਵੀ, ਹੈ ਨਾ, ਕਿੰਨਾ ਆਪਣੇ ਆਪ ਨੂੰ ਸਾਬਿਤ ਕਰਨਾ ਪਿਆ ਹੋਊਗਾ। ਸੋ ਉੱਦਾਂ ਹੀ ਆ ਵੀ ਹਲੇ ਨਵੇਂ ਐਕਟਰਸ ਦਾ ਉਹ ਨਹੀਂ ਖੁੱਲ੍ਹਿਆ ਹੈਗਾ, ਤੁਸੀਂ ਚਾਹੇ ਨਾਮ ਵੀ ਬਣਾ ਲਿਆ। ਪਰ ਤੁਸੀਂ ਹੁਣ ਤੱਕ ਕੋਈ ਫਿਲਮ ਨਹੀਂ ਕੀਤੀ? ਇਸੇ ਲਈ ਨਹੀਂ ਕੀਤੀ। ਤੇ ਵੈਸੇ ਮੇਰਾ ਸਵਾਲ ਬਾਅਦ 'ਚ ਮੈਂ ਰੱਖਿਆ ਸੀਗਾ, ਪਰ ਹੁਣ ਉਹ ਗੱਲ ਚੱਲ ਪਈ ਆਪਣੀ ਫਿਲਮਾਂ ਤੇ ਗਾਣਿਆਂ ਵਾਲੀ ਨਾ, ਸੋ ਮੈਂ ਤਾਂ ਨਾਲ ਪੁੱਛ ਲਿਆ। ਪਰ ਕਿਉਂ ਨਹੀਂ ਕੀਤੀ ਯਾਰ ਹਿਮਾਂਸ਼ੀ? ਇੱਥੇ ਮਤਲਬ ਸਭ ਤੋਂ ਪਹਿਲਾਂ ਲੋਕ ਸੋਚ ਕੇ ਹੀ ਆਉਂਦੇ ਨੇ ਕਿ ਗਾਣਾ ਕਰ ਲਿਆ, ਚਲੋ ਸਿੰਗਰ ਨਹੀਂ ਵੀ ਆ, ਗਾਣਾ ਸਿੱਖ ਲਿਆ, ਆ ਗਏ, ਹਨਾ, ਚਲੋ ਆਪਾਂ 1-2 ਗਾਣੇ ਵੀ ਕਰ ਲਏ, ਫਿਰ ਚਲੋ ਫਿਲਮਾਂ 'ਚ ਆ ਗਏ, ਚਲੋ ਫਿਲਮਾਂ ਸਾਈਡ ਰੋਲ ਤੋਂ ਸ਼ੁਰੂ ਕਰ ਲਾਂਗੇ, ਹਨਾ, ਫਿਰ ਦੇਖਾਂਗੇ, ਚਲੋ ਲੀਡ 'ਚ ਵੀ ਆ ਜਾਂਦੇ ਨੇ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਫਿਲਮ ਦੇ ਵਿੱਚ, ਹਨਾ। ਪਰ ਤੁਸੀਂ ਕਿਉਂ ਨਹੀਂ ਕੀਤਾ ਹਿਮਾਂਸ਼ੀ? ਲਾਈਕ ਤੁਸੀਂ ਤਾਂ ਆਪਣੀ ਪੰਜਾਬੀ ਇੰਡਸਟਰੀ ਦਾ ਆਈ ਥਿੰਕ ਟੌਪ ਮਾਡਲਸ ਦੇ ਵਿੱਚੋਂ, ਹਨਾ, ਹੁਣ ਵੀ ਜੇਕਰ ਕਹੀਏ ਪੰਜਾਬੀ ਮਾਡਲਸ, ਹਰ ਕੋਈ ਮੇਰੇ ਖਿਆਲ 'ਚ ਇਹੀ ਕਹੇਗਾ ਲਾਈਕ ਹਿਮਾਂਸ਼ੀ ਖੁਰਾਨਾ, ਆਈ ਲਾਈਕ ਹਿਮਾਂਸ਼ੀ ਖੁਰਾਨਾ। ਲਾਈਕ ਇਹ ਵੀ ਸਿਰਫ ਨਾਮ ਨਹੀਂ, ਤੁਹਾਡੀ ਐਕਟਿੰਗ ਵਧੀਆ ਆ, ਤੁਹਾਡੇ ਗਾਣੇ ਆਲਮੋਸਟ ਸਾਰੇ ਹਿੱਟ ਗਏ ਨੇ, ਹਨਾ, ਜਿੰਨੇ ਵੀ ਤੁਸੀਂ ਕੀਤੇ ਨੇ। ਸੋ ਫਿਲਮ ਕਿਉਂ ਨਹੀਂ ਕਦੀ ਸੋਚਿਆ? ਨਹੀਂ, ਮੰਮਾ ਨੇ ਵੀ ਨਹੀਂ ਕਦੀ ਕਿਹਾ ਕਿ ਯਾਰ ਪੁੱਤ ਕਰ ਇੱਕ ਅੱਧੀ ਫਿਲਮ? ਐਕਚੁਅਲੀ ਸਟਾਰਟਿੰਗ ਦੇ ਵਿੱਚ ਮੈਂ 3 ਫਿਲਮਸ ਕੀਤੀਆਂ ਸੀਗੀਆਂ, ਬਟ ਕੋਈ ਗॉडफादर ਨਹੀਂ ਸੀਗਾ, ਖੁਦ ਹੀ ਸਾਰਾ ਆਪਣੇ ਆਪ ਨੂੰ ਚੈਲੰਜਸ ਦਿੱਤੇ ਔਰ ਕੁਝ ਚੀਜ਼ਾਂ ਦੇ ਵਿੱਚ ਆਪਣਾ ਕੰਟਰੋਲ ਰੱਖਿਆ ਕਿ ਨਹੀਂ, ਕੁਆਲਿਟੀ ਵਰਕ ਕਰਨਾ, ਬੈਸਟ ਵਰਕ ਕਰਨਾ ਆ। ਸੋ ਇੱਕ ਪੁਆਇੰਟ ਤੇ ਆ ਕੇ ਜਦੋਂ ਬੰਦੇ ਨੂੰ ਲੱਗਦਾ ਕਿ ਯਾਰ
ਪੈਸਾ ਕਮਾਉਣਾ ਜ਼ਰੂਰੀ ਹੈ ਹੁਣ ਮੇਰੇ ਲਈ, ਬਿਕਾਜ਼ ਮੈਂ ਆਪਣੀ ਲਾਈਫ ਦਾ 10 ਸਾਲ ਦਾ ਇੱਕ ਫੇਜ਼ ਸਿਰਫ ਕੁਆਲਿਟੀ ਵਰਕ ਦੇ ਵਿੱਚ ਦਿੱਤਾ, ਬਿਕਾਜ਼ ਉਸੇ ਕੁਆਲਿਟੀ ਵਰਕ ਨੇ ਮੈਨੂੰ ਨਾਮ ਦਿੱਤਾ। ਬਿਲਕੁਲ। ਲੇਕਿਨ ਹੁਣ ਜੇ ਮੈਨੂੰ ਕੋਈ ਕਵੇ ਕਿ ਆਹ ਗਾਣਾ ਕਿਉਂ ਕੀਤਾ, ਉਹ ਕਿਉਂ ਕੀਤਾ, ਬਿਕਾਜ਼ ਐਟ ਦੀ ਐਂਡ ਆਫ ਦ ਡੇ ਮੇਰੀ ਵੀ ਫਾਈਨੈਂਸ਼ੀਅਲ ਡਿਮਾਂਡਸ ਹੈਗੀਆਂ ਨੇ ਤੇ ਮੈਂ ਵੀ ਆਪਣਾ ਘਰ ਚਲਾਉਣਾ ਹੈ। ਬਟ ਉਸ ਵਕਤ ਮੈਂ 3 ਮੂਵੀਜ਼ ਕੀਤੀਆਂ, ਮੈਨੂੰ ਖੁਦ ਨੂੰ ਫੀਲ ਹੋਇਆ ਐਂਡ ਆਈ ਵਾਜ਼ ਜਸਟ 18, ਮੈਨੂੰ ਆਪ ਨੂੰ ਫੀਲ ਹੋਇਆ ਕਿ ਨਹੀਂ, ਇੱਕ ਜਦੋਂ ਇੱਕ ਐਕਟਰੈਸ ਹੁੰਦੀ ਆ ਜਾਂ ਐਕਟਰ ਹੁੰਦਾ, ਉਹਦੇ ਵਿੱਚ ਮੈਚਿਓਰਿਟੀ, ਵੌਇਸ ਦੇ ਵਿੱਚ ਇੱਕ ਹੈਵੀਪਣ ਔਰ ਇਮੋਸ਼ਨਸ ਨੂੰ ਸਮਝਣ ਵਾਸਤੇ ਉਹ ਇੱਕ ਜਿਹੜੀ ਸਮਝ ਹੁੰਦੀ ਆ, ਉਹ ਹਲੇ ਨਹੀਂ ਮੈਨੂੰ ਆ ਸਕਦੀ, ਚਾਹੇ ਮੈਂ ਜਿੰਨੀ ਮਰਜ਼ੀ ਐਕਟਿੰਗ ਕੋਰਸਿਸ ਕਰ ਲਵਾਂ। ਸੋ ਫਿਰ ਮੈਂ ਆਪ ਹੀ ਰੁਕ ਗਈ। ਫਿਰ ਮੈਂ ਸੋਚਿਆ ਕਿ ਨਹੀਂ, ਪਹਿਲੇ ਮੈਂ ਆਪਣਾ ਬੇਸ ਬਣਾਉਣਾ ਹੈ ਤਾਂ ਕਿ ਫਿਲਮ ਉਹ ਵਾਲੀ ਕਰਾਂ ਜਿਹੜੀ ਐਂ ਵੀ ਨਾ ਲੱਗੇ ਕਿ ਯਾਰ ਪਤਾ ਨਹੀਂ ਰਿਲੀਜ਼ ਹੋਊਗੀ ਜਾਂ ਨਹੀਂ ਹੋਊਗੀ, ਹੈ ਨਾ, ਪਤਾ ਨਹੀਂ ਮੈਂ ਆਪਣੀ ਵੈਲਿਊ ਦੇ ਰਹੀ ਹਾਂ, ਮੈਂ ਆਪਣਾ ਟਾਈਮ ਦੇ ਰਹੀ ਹਾਂ, ਆਪਣੇ ਫੈਮਲੀਜ਼ ਹੁੰਦੀਆਂ ਨੇ, ਅੱਛਾ ਫਿਲਮ ਸ਼ੂਟ ਹੋ ਗਈ, ਕਦੋਂ ਆ ਰਹੀ ਹੈ, ਕਦੋਂ ਆ ਰਹੀ ਹੈ, ਪੁੱਛਦੇ ਨੇ। ਸੋ ਮੈਨੂੰ ਇਹ ਹੈ ਕਿ ਜੇ ਮੈਂ ਉਹ ਕੰਮ ਕੀਤਾ ਤੇ ਮੇਰੀ ਆਸ ਹੋਵੇ ਕਿ ਉਹਦੇ ਨਾਲ ਮੇਰਾ ਅੱਗੇ ਕੰਮ ਵਧੇਗਾ। ਉਹ ਦੌਰ ਲੰਘਦਾ ਰਿਹਾ, ਗਾਣਿਆਂ 'ਚ ਨਾਮ ਹੋ ਗਿਆ, ਹਰ ਚੀਜ਼ 'ਚ ਨਾਮ ਹੋ ਗਿਆ। ਬਟ ਹੁਣ ਇਹ ਪ੍ਰੋਬਲਮ ਆ ਗਈ ਕਿ ਜਿਸ ਹਿਸਾਬ ਦਾ ਨਾਮ ਹੈ ਉਸ ਹਿਸਾਬ ਨਾਲ ਰੋਲ ਵੀ ਹੋਣਾ ਚਾਹੀਦਾ। ਬਿਲਕੁਲ। ਤੇ ਆਈ ਥਿੰਕ ਤੁਸੀਂ ਇਹ ਵੀ ਕਿਹਾ ਸੀ ਕਿ ਜੇ ਮੈਂ ਪੰਜਾਬੀ ਮੂਵੀ ਕਰੂੰਗੀ ਤਾਂ ਮੈਂ ਲੀਡ ਰੋਲ ਵਿੱਚ ਹੀ ਕਰੂੰਗੀ, ਮੈਂ ਸਾਈਡ ਨਹੀਂ ਕਰਨਾ। ਆਈ ਥਿੰਕ ਉਦੋਂ ਤੁਹਾਨੂੰ ਹੋ ਗਿਆ ਸੀ ਥੋੜਾ ਟਾਈਮ ਇੰਡਸਟਰੀ ਦੇ ਵਿੱਚ, ਕਿਹਾ ਸੀ, ਰਾਈਟ, ਹੈ ਨਾ। ਉਦੋਂ ਕੀ ਸੋਚਿਆ ਸੀ ਕਿ ਹੁਣ ਵੀ ਇਹ ਸੋਚ ਰਹੇ ਆ, ਚਲੋ ਹੁਣ ਤਾਂ ਲੀਡ ਤੇ ਤੁਸੀਂ ਚਾਹੇ ਬਾਲੀਵੁੱਡ 'ਚ ਵੀ ਚਲੇ ਜਾਓ, ਹੁਣ ਤਾਂ ਨਹੀਂ, ਇੱਦਾਂ ਨਹੀਂ ਹੁੰਦਾ। ਜਿੱਦਾਂ ਨਾਮ ਹੁਣ ਦੇਖੋ, ਤੁਸੀਂ ਮੇਰੇ ਨਾਂ ਤੋਂ ਐਕਸਪੈਕਟ ਕਰ ਲਿਆ ਕਿ ਹੁਣ ਚਾਹੇ ਬਾਲੀਵੁੱਡ 'ਚ ਚਲੇ ਜਾਓ, ਇਹਦਾ ਇਹ ਮਤਲਬ ਨਹੀਂ ਹੈ ਕਿ ਮੇਰਾ ਰਾਹ ਬਣਿਆ ਪਿਆ ਤੇ ਮੈਂ ਚਲੀ ਜਾਵਾਂ। ਅਪਰੋਚ ਇੱਦਾਂ ਨਹੀਂ ਹੁੰਦਾ ਕਿ ਇੱਕ ਵੱਡਾ ਨਾਮ ਹੁੰਦਾ ਹੈ। ਸਾਨੂੰ ਬਹੁਤ ਸਾਰੇ ਫੈਨਸ ਵੀ ਕਹਿੰਦੇ ਨੇ ਇਹਦੇ ਨਾਲ ਕੰਮ ਕਿਉਂ ਨਹੀਂ ਕਰਦੇ, ਉਹ ਕਰਨਗੇ, ਅਪਰੋਚ ਤਾਂ ਕਰਾਂਗੇ, ਬਿਲਕੁਲ, ਹੈ ਨਾ। ਸੋ ਮੈਨੂੰ ਹੌਲੀ ਹੌਲੀ ਦੇਖੋ ਟਾਈਮ ਦੇ ਨਾਲ ਮੈਚਿਓਰਿਟੀ ਆਉਂਦੀ ਆ। ਹੁਣ ਮੈਨੂੰ ਐਂ ਲੱਗਦਾ ਹੈ ਕਿ ਅਗਰ ਮੈਂ ਸਾਈਡ ਵੀ ਕਰਦੀ ਹਾਂ ਬਟ ਮੇਰਾ ਰੋਲ ਐਂਡ ਮਾਈ ਪ੍ਰੈਫਰੈਂਸ, ਮਾਈ ਪ੍ਰਾਇਓਰਿਟੀ ਔਰ ਜਿੰਨਾ ਵੀ ਰੋਲ ਹੋਏਗਾ ਉਹ ਮੈਨੂੰ ਓਨਾ ਜਸਟੀਫਾਈ ਕਰੇ। ਲਾਈਕ ਨੀਰੂ ਬਾਜਵਾ ਇਜ਼ ਅ ਸੀਨੀਅਰ, ਤਾਂ ਮੈਂ ਓਬਵੀਅਸਲੀ ਇਹ ਨਹੀਂ ਕਹੂੰਗੀ ਕਿ ਮੈਨੂੰ ਉਹਨਾਂ ਦੇ ਨਾਲ ਲੀਡ ਦੇ ਦਿਓ, ਬਟ ਉਹਨਾਂ ਦੇ ਇਕੁਅਲ ਹੋਵੇ ਜਾਂ 0.% ਘੱਟ ਹੋਵੇ, ਬਟ ਉਹਨਾਂ ਲੱਗੇ ਕਿ ਮੈਨੂੰ ਕਿ ਯਾਰ ਮੈਂ ਆਈ ਔਰ ਨਿਕਲ ਗਈ। ਸੋ ਉਹ ਚੀਜ਼ ਦੇ ਅਕੋਰਡਿੰਗ ਠੀਕ ਹੈ। ਅੱਛਾ, ਜਿੱਦਾਂ ਆਪਾਂ 2010 ਦੀ ਗੱਲ ਕਰ ਰਹੇ ਸੀ, ਜਦੋਂ ਤੁਸੀਂ ਇੰਡਸਟਰੀ 'ਚ ਆਏ ਨਾ, ਆਪਾਂ ਉੱਥੇ ਵਾਪਸ ਚੱਲਦੇ ਹਾਂ। ਜਦੋਂ ਤੁਸੀਂ ਇੰਡਸਟਰੀ 'ਚ ਆਏ ਤਾਂ ਉਦੋਂ ਇੰਡਸਟਰੀ ਦੇ ਵਿੱਚ ਆਉਣ 'ਤੇ ਲਿੰਕਸ ਕਿੱਦਾਂ ਬਣਾਏ, ਕਿੱਦਾਂ ਆਏ ਇੰਡਸਟਰੀ ਦੇ ਵਿੱਚ ਤੁਸੀਂ? ਮੈਨੂੰ ਜੈਨੂਇਨਲੀ ਇਹ ਬਹੁਤ ਨਾਰਮਲ ਚੀਜ਼ ਆ। ਜਦੋਂ ਇਨਸਾਨ ਕੋਈ ਚੀਜ਼ ਸ਼ੁਰੂ ਕਰਦਾ ਉਸ ਵਕਤ ਉਹ ਐਕਚੁਅਲ ਸਟਰਗਲ ਨਹੀਂ ਹੁੰਦਾ। ਜਦੋਂ ਇੱਕ ਪੁਆਇੰਟ ਤੇ ਪਹੁੰਚ ਜਾਂਦਾ, ਜਦੋਂ ਇੱਕ ਨਾਮ ਬਣ ਜਾਂਦਾ, ਉਹਨੂੰ ਮੇਨਟੇਨ ਕਰਨਾ ਉਹ ਸਭ ਤੋਂ ਵੱਡਾ ਸਟਰਗਲ ਆ। ਸੋ ਉਸ ਵਕਤ ਲਿੰਕ ਮੇਰੇ ਲਈ ਬੜੇ ਈਜ਼ੀ ਬਣਦੇ ਰਹੇ, ਮੇਰੇ ਲਈ ਗਾਣੇ ਆਉਂਦੇ ਰਹੇ। ਸਿਰਫ ਮੇਰਾ ਕੰਟਰੋਲ ਇਹ ਸੀਗਾ, ਸੈਲਫ ਕੰਟਰੋਲ ਇਹ ਸੀ ਕਿ ਗਾਣੇ ਆ ਰਹੇ ਨੇ, ਬਹੁਤ ਮਾਡਲ ਸੀਗੀਆਂ ਜਿਹੜੀਆਂ ਮੇਰੇ ਤੋਂ ਅੱਗੇ ਜਾ ਰਹੀਆਂ ਸੀਗੀਆਂ, ਬੈਕ ਟੂ ਬੈਕ ਗਾਣੇ ਕਰ ਰਹੇ ਸੀ, ਬਟ ਸਮਵੇਅਰ ਇਨ ਦਾ ਮਾਈਂਡ ਮੈਨੂੰ ਪਤਾ ਸੀਗਾ ਕਿ ਇਹ ਅੱਜ ਕਰ ਰਹੀਆਂ ਨੇ, ਫਿਊਚਰ ਦੇ ਵਿੱਚ ਉਹਨਾਂ ਦੀ ਇਹੀ ਚੀਜ਼ ਨੈਗੇਟਿਵ ਜਾਏਗੀ। ਸੋ ਉਸ ਵਕਤ ਮੈਂ ਸੈਲਫ ਕੰਟਰੋਲ ਰੱਖਿਆ। ਮਨੀ ਬਹੁਤ ਆਫਰ ਹੁੰਦੀ ਸੀ ਹਰ ਰੋਜ਼, ਜੇ ਤੁਸੀਂ ਕੰਮ ਕਰੋ 50 ਉਸ ਟਾਈਮ ਦੇ ਹਿਸਾਬ ਨਾਲ 50,000 ਦੇ ਹਿਸਾਬ ਨਾਲ ਰੋਜ਼ ਵੀ ਤੁਸੀਂ ਦੇਖੋ ਤਾਂ ਹਿਊਜ ਅਮਾਊਂਟ ਮੈਂ ਆਈ ਥਿੰਕ 17-18 ਸਾਲ ਦੀ ਉਮਰ 'ਚ ਕਮਾ ਲੈਂਦੀ, ਬਟ ਉਹ ਲੌਂਗ ਟਰਮ ਨਹੀਂ ਸੀਗਾ। ਸੇ ਬਸ ਸੈਲਫ ਕੰਟਰੋਲ ਔਖਾ ਸੀ। ਲਿੰਕ ਬਣਦੇ ਰਹੇ, ਗਾਣੇ ਆਉਂਦੇ ਰਹੇ। ਜਦੋਂ 2-3 ਬੈਸਟ ਸਿੰਗਰਸ ਨਾਲ ਕੰਮ ਕੀਤਾ ਤੇ ਹਰ ਕੋਈ ਇਹੀ ਸੋਚਦਾ ਕਿ ਅੱਛਾ ਯਾਰ ਉਹਨਾਂ ਨੇ ਪ੍ਰੋਫਾਈਲ 'ਚ ਆਹ ਕੰਮ ਕੀਤਾ ਆ ਤੇ ਆਪਾਂ ਵੀ ਉਹੀ ਉਹ ਕਰਾਂਗੇ, ਉਹਨਾਂ ਨੂੰ ਅਪਰੋਚ ਕਰਾਂਗੇ। ਸੋ ਕਰਦੇ 10 ਸਾਲ ਲੱਗ ਗਏ ਉਸ ਚੀਜ਼ ਨੂੰ। ਬਹੁਤ ਲੰਬਾ ਟਾਈਮ ਆ ਜੇ ਸੋਚੋ ਤਾਂ। ਜਿੱਦਾਂ ਸੋਚਿਆ ਸੀ ਸ਼ੁਰੂ ਤੋਂ, ਹਨਾ, ਜਿੱਦਾਂ ਤੁਸੀਂ ਕਿਹਾ ਕਿ ਹੁੰਦੇ ਗਏ ਅਪਰੋਚ, ਹਨਾ, ਹਿਮਾਂਸ਼ੀ ਨੂੰ ਲੈਂਦੇ ਆ, ਤੇ ਉਸ ਟਾਈਮ ਤੋਂ ਲੈ ਕੇ ਫਿਰ ਹੁਣ ਤੱਕ ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ, ਜਾਂ ਕਿਤੇ ਬਹੁਤ ਚੰਗਾ ਹੋ ਗਿਆ? ਓਬਵੀਅਸਲੀ ਤਾਂ ਨੈਚੁਰਲੀ ਚੀਜ਼ ਆ, ਹਨਾ, ਜਾਂ ਕਿਤੇ ਬਹੁਤ ਇਦਾਂ ਵੀ ਕਿਤੇ ਲੱਗਿਆ ਕਿ ਯਾਰ ਇਹ ਕੀ ਹੋ ਗਿਆ, ਮੈਂ ਕਿੱਥੇ ਆ ਗਈ? ਸਮਟਾਈਮਸ ਬੰਦੇ ਨੂੰ ਲੱਗਦਾ ਹੈ ਨਾ, ਥੌਟ ਪ੍ਰੋਸੈਸ ਆ ਜਾਂਦਾ ਯਾਰ ਪਿਛਲੇ 7-8 ਮਹੀਨੇ ਤੋਂ। ਕਿਸ ਟਾਈਮ ਤੋਂ ਮੇਰੇ ਕੈਰੀਅਰ ਦਾ ਸਭ ਤੋਂ ਪੀਕ ਪੁਆਇੰਟ ਚੱਲ ਰਿਹਾ ਹੈ। ਬੈਸਟ ਸੌਂਗਸ ਕੀਤੇ ਨੇ, ਬੈਸਟ ਸਿੰਗਰਸ ਨਾਲ ਕੀਤੇ ਆ, ਬਟ ਐਜ਼ ਅ ਪਰਸਨ ਤੁਸੀਂ ਮੈਨੂੰ 3 ਸਾਲ ਪਹਿਲੇ ਮਿਲੇ ਸੀਗੇ, ਹੈ ਨਾ, ਮੈਂ ਕਿਤੇ ਨਾ ਕਿਤੇ ਥੋੜਾ ਜਿਹਾ, ਜਿਵੇਂ ਹੁਣ ਆਈ ਥਿੰਕ ਮੈਂ ਇੰਨਾ ਅਟਕਟਾਉਂਦੀ ਨਹੀਂ ਸੀ ਕਦੇ ਗੱਲ ਕਰਨ ਲੱਗੇ, ਹੈ ਨਾ, ਥੋੜਾ ਜਿਹਾ ਮਾਈਂਡ ਤੇ ਫਰਕ ਪਿਆ ਉਸ ਚੀਜ਼ ਦਾ, ਬਿਕਾਜ਼ ਇਹ ਮੇਰੇ ਪਲਾਨ ਦਾ ਹਿੱਸਾ ਨਹੀਂ ਸੀਗਾ। ਉਦੋਂ ਤਾਂ ਆਪਾਂ ਬਹੁਤ ਗੱਲਾਂ ਕੀਤੀਆਂ ਸੀ, ਐਗਜ਼ੈਕਟਲੀ, ਇਹ ਮੇਰੇ ਪਲਾਨ ਦਾ ਹਿੱਸਾ ਨਹੀਂ ਸੀਗਾ, ਇਹ ਆਊਟ ਆਫ ਦ ਲੀਗ ਆਇਆ ਮੇਰੇ ਰਾਸਤੇ ਦੇ ਵਿੱਚ। ਸੋ ਮੇਰਾ ਜੋ ਉਸ ਵਕਤ ਸੋਚਿਆ ਸੀਗਾ ਉਹ ਉੱਦਾਂ ਹੀ ਬੈਕ ਟੂ ਬੈਕ ਜਾ ਰਿਹਾ ਸੀਗਾ, ਔਰ
ਲੱਕੀਲੀ ਜੋ ਮੈਂ ਸੋਚਦੀ ਸੀ ਉਹ ਨਾਲ ਹੀ ਪੂਰਾ ਹੋ ਜਾਂਦਾ ਸੀ। ਜੇ ਮੈਂ ਸੋਚਿਆ ਕਿ ਮੈਂ ਪਹਿਲੀ ਕੁੜੀ ਬਣਨਾ ਆ, ਮੈਂ ਪਤਾ ਨਹੀਂ ਕੱਲ ਪਰਸੋਂ ਕਿਸੇ ਨੂੰ ਦੱਸ ਰਹੀ ਸੀਗੀ ਕਿ ਉਹ ਵੀ ਟਾਈਮ ਸੀਗਾ ਕਿ ਜਦੋਂ ਅਸੀਂ ਉਹ ਆਊਟਡੋਰ ਸ਼ੂਟ ਕਰਦੇ ਸੀਗੇ, ਵੈਨਿਟੀਜ਼ ਨਹੀਂ ਸੀ ਦਿੰਦੇ, ਚੇਅਰ ਤੇ ਬਿਠਾ ਕੇ ਮੇਕਅਪ ਕਰ ਦੇਣਾ, ਔਰ ਜੇ ਕੱਪੜੇ ਚੇਂਜ ਕਰਨੇ ਕਾਰ ਦੇ ਵਿੱਚ, ਔਰ ਸਮਵੇਅਰ ਫॉर ਵਾਸ਼ਰੂਮ ਤੁਸੀਂ ਝਾੜੀਆਂ ਦੇ ਪਿੱਛੇ ਵੀ ਗਏ ਹੋ। ਦੈਟ ਟਾਈਮ ਬੀਇੰਗ ਅ ਗਰਲ ਮੈਂ ਸਮਝਿਆ ਕਿ ਇਹ ਬਹੁਤ ਔਖਾ ਕੰਮ ਹੈ। ਸੋ ਹੌਲੀ ਹੌਲੀ ਜਦੋਂ ਉਹ ਚੀਜ਼ਾਂ ਮਿਲੀਆਂ, ਫਿਰ ਵੈਨਿਟੀ ਸ਼ੇਅਰ ਕਰਨੀ ਪਏਗੀ, ਉੱਚ ਔਕਵਰਡ ਫੀਲ ਕਰਨਾ। ਸੋ ਬਟ ਆ ਟਾਈਮ ਥੋੜਾ ਜ਼ਿਆਦਾ ਡਿਫਿਕਲਟ ਸੀਗਾ ਮੈਂਟਲੀ। 7-8 ਮਹੀਨੇ। ਯਾ ਬਿਲਕੁਲ। ਹਿਮਾਂਸ਼ੀ ਦੀ ਮੈਂ ਇੱਕ ਜੇ ਪੁੱਛਾਂ ਸਭ ਤੋਂ ਚੰਗੀ ਗੱਲ ਕਿਹੜੀ? ਆਈ ਥਿੰਕ ਆਪਣੇ ਆਪ ਨੂੰ ਬੰਦਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦਾ ਹੈ, ਚਾਹੇ ਕੋਈ ਤੁਹਾਡੇ ਜਿੰਨਾ ਮਰਜ਼ੀ ਕਲੋਜ਼ ਹੋਵੇ ਜਾਂ ਤੁਹਾਡੇ ਮਾਪਿਓ ਜਾਣਦੇ ਹੁੰਦੇ ਨੇ, ਹਨਾ? ਤੇ ਸਭ ਤੋਂ ਚੰਗੀ ਗੱਲ ਕਿਹੜੀ ਹੈ ਤੁਹਾਡੀ ਕਿ ਜਿਹੜਾ ਬੰਦੇ ਸਾਹਮਣੇ ਵਾਲੇ ਨੂੰ ਸ਼ਾਇਦ ਉਹ ਮੈਨੂੰ ਨਾ ਵਧੀਆ ਲੱਗੇ, ਪਰ ਤੁਸੀਂ ਪ੍ਰਾਊਡਲੀ ਉਸ ਬੰਦੇ ਨੂੰ ਕਹੋਗੇ ਕਿ ਯਾਰ ਮੇਰੇ 'ਚ ਇਹ ਚੀਜ਼ ਵਧੀਆ ਹੈਗੀ ਆ, ਤਾਂ ਮਤਲਬ ਹੈਗੀ ਆ, ਫਿਰ ਚਾਹੇ ਜੋ ਮਰਜ਼ੀ ਹੋ ਜਾਏ। ਮੇਰੀ ਸਭ ਤੋਂ ਵਰਸਟ ਚੀਜ਼ ਫॉर ਮੀ, ਮੇਰੇ ਖੁਦ ਦੇ ਲਈ ਮਾੜੀ ਆ, ਬਟ ਉਹ ਦੂਜਿਆਂ ਲਈ ਕਿ ਮੈਨੂੰ ਸਭ ਕੁਝ ਪਤਾ ਹੁੰਦਾ, ਮੈਂ ਫਿਰ ਵੀ ਦੂਜਿਆਂ ਦੀ ਇੱਜ਼ਤ ਬਚਾ ਜਾਂਦੀ ਆ, ਉਹ ਆਪਣੇ ਉੱਤੇ ਲੈ ਜਾਂਦੀ ਆ। ਇਹ ਤੁਹਾਡੀ ਚੰਗੀ ਆਦਤ ਹੈ। ਚੰਗੀ ਉਹਨਾਂ ਲਈ ਚੰਗੀ, ਓਬਵੀਅਸਲੀ ਮੇਰੇ ਆਲੇ ਦੁਆਲੇ ਵਾਲਿਆਂ ਲਈ ਚੰਗੀ ਆ। ਮੈਨੂੰ ਪਤਾ ਹੁੰਦਾ ਉਹ ਗਲਤ ਹੈ, ਬਟ ਮੈਂ ਹੋਰਾਂ ਸਾਹਮਣੇ ਮਤਲਬ ਕਵਰ ਕਰ ਜਾਂਦੀ ਆ। ਕਵਰ ਕਰ ਜਾਂਦੇ, ਬਚਾ ਲੈਂਦੀ ਆ। ਹਾਂ। ਅੱਛਾ, ਤੇ ਵਰਸਟ ਆਦਤ ਕਿਹੜੀ ਹੈ ਫਿਰ? ਵਰਸਟ ਹੈ ਕਿ ਉਹ ਫਿਰ ਮੈਨੂੰ ਹੀ ਹਰਟ ਕਰਦੀ ਹੈ, ਉਹ ਫਿਰ ਮੇਰੀ ਇਨਰ ਸੋਲ ਨੂੰ ਬਹੁਤ ਹਰਟ ਕਰਦੀ ਹੈ ਕਿ ਮੈਨੂੰ ਪਤਾ ਹੈ ਕਿ ਇਹ ਚੀਜ਼ਾਂ ਗਲਤ ਨੇ, ਲੇਕਿਨ ਮੈਂ ਆਪਣੇ ਉੱਤੇ ਲੈ ਗਈ, ਜਿਹਦੇ ਕਰਕੇ ਬਹੁਤ ਵਾਰੀ ਇਦਾਂ ਹੁੰਦਾ ਕਿ ਲੋਕ ਮੇਰੇ ਬਾਰੇ ਜਜਮੈਂਟਲ ਹੋ ਜਾਂਦੇ ਆ। ਤੇ ਕਿੰਨੀ ਦੇਰ ਤੋਂ, ਸ਼ੁਰੂ ਤੋਂ ਇਹੀ ਆਦਤ ਹੈ ਤੁਹਾਡੀ? ਹਾਂ, ਸ਼ੁਰੂ ਤੋਂ ਇਹ ਆਦਤ ਹੈ। ਤੇ ਕਿਉਂ ਬਦਲੀ ਕਿਉਂ ਨਹੀਂ ਫਿਰ, ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਤੇ ਨਾ ਇਵੈਂਚੁਅਲੀ ਤੁਸੀਂ ਕਿਤੇ ਨਾ ਕਿਤੇ ਹਰਟ ਹੁੰਦੇ ਹੋ ਲੋਕਾਂ ਤੋਂ? ਬਟ ਉਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਗਰੂਮ ਕੀਤਾ ਆ, ਇੰਪਰੂਵ ਕੀਤਾ ਆ। ਲਾਈਕ ਉਹ ਤੁਹਾਡਾ ਇੱਕ ਪੋਜ਼ਿਟਿਵ ਪੁਆਇੰਟ ਆ। ਹਾਂ ਬਿਲਕੁਲ। ਹਾਂ, ਤੁਹਾਨੂੰ ਕਿਤੇ ਨਾ ਕਿਤੇ, ਚਲੋ ਉਹ ਕਹਿੰਦੇ ਨੇ ਨਾ, ਆਪਾਂ ਕਹਿ ਦਈਦਾ ਕਿ ਯਾਰ ਚਲੋ ਤੁਹਾਡੇ ਨਾਲ ਕੋਈ ਮਾੜਾ ਵੀ ਕਰ ਗਿਆ, ਉਹ ਰੱਬ ਨੂੰ ਜਾਣਦੇ ਨਹੀਂ ਹੈ, ਰੱਬ ਨੂੰ ਤਾਂ ਪਤਾ ਨਾ ਕਿ ਮੈਂ ਤਾਂ ਉਹਦੇ ਨਾਲ ਚੰਗਾ ਕੀਤਾ। ਏਦਾਂ ਸੋਚਦੇ ਹੋ? ਸੋਚ ਰਹੇ ਹੋ ਹੁਣ ਵੀ ਤੁਸੀਂ ਕੁਝ ਸੋਚ ਰਹੇ ਹੋ, ਮੈਨੂੰ ਫੇਸ ਤੋਂ ਲੱਗ ਰਿਹਾ ਤੁਹਾਡੇ। ਹਾਂ, ਐਕਚੁਅਲੀ ਮੇਰੇ ਸਾਹਮਣੇ ਬਹੁਤ ਵਾਰੀ ਇਦਾਂ ਹੁੰਦਾ, ਮੈਨੂੰ ਪਤਾ ਹੁੰਦਾ ਹੈ, ਔਰ ਮੇਰੇ ਕੋਲੇ ਚਾਂਸ ਵੀ ਬੜੇ ਆਏ ਕਿ ਮੈਂ ਆਪਣੇ ਆਪ ਨੂੰ ਸੇਫ ਸਾਬਿਤ ਕਰ ਸਕਦੀ ਹਾਂ ਜਾਂ ਕਰ ਸਕਦੀ ਸੀ। ਬਟ ਉਸ ਵੇਲੇ ਮੈਂ ਸੋਚਦੀ ਯਾਰ ਕੌਣ ਇੰਨਾ ਬੈਸਟ ਪਏਗਾ, ਛੱਡੋ, ਕਿਉਂ ਕਰਨਾ। ਬਟ ਉਸੇ ਮੇਰੀ ਚੁੱਪੀ ਕਰਕੇ ਬਹੁਤ ਚੀਜ਼ਾਂ ਮੇਰੇ ਅਗੇਂਸਟ ਵੀ ਹੋਈਆਂ, ਬਟ ਫਿਰ ਮੈਂ ਸੋਚਦੀ ਹਾਂ ਕਿ ਕੋਈ ਗੱਲ ਨਹੀਂ, ਓਕੇ, ਠੀਕ ਹੈ। ਅੱਛਾ, ਵਟ ਡੂ ਯੂ ਥਿੰਕ ਯੂ ਆਰ ਅ ਸਕਸੈਸਫੁਲ ਔਰ ਫੇਮਸ? ਤੁਹਾਡੇ ਹਿਸਾਬ, ਪਹਿਲਾਂ ਤੁਸੀਂ ਮੈਨੂੰ ਇਹਦਾ ਜਵਾਬ ਦਿਓ, ਫਿਰ ਮੈਂ ਤੁਹਾਨੂੰ ਅੱਗੇ ਪੁੱਛਦੀ ਹਾਂ। ਫੇਮਸ ਹੋਣਾ ਬਹੁਤ ਈਜ਼ੀ ਆ ਅੱਜ ਦੇ ਟਾਈਮ 'ਚ, ਤਾਂ ਬਹੁਤ ਈਜ਼ੀ ਆ। ਹਾਂ, ਸੋ ਇਟ ਡਿਪੈਂਡ ਕਰਦਾ ਹੈ, ਜਾਂ ਤਾਂ ਗਾਲਾਂ ਕੱਢ ਕੇ ਤੁਸੀਂ ਵੀਡੀਓ ਪਾ ਦਿਓ ਤਾਂ ਵੀ ਫੇਮਸ ਹੋ, ਰਾਈਟ? ਠੀਕ ਹੈ, ਕੋਈ ਚੰਗਾ ਕੰਮ ਕੀਤਾ ਤਾਂ ਵੀ ਫੇਮਸ ਹੋ। ਸਕਸੈਸਫੁਲ ਉਦੋਂ ਹੁੰਦੇ ਹੋ ਜਦੋਂ ਤੁਹਾਡੇ ਨਾਲ ਦੇ ਲੋਕਾਂ ਨੂੰ ਵੀ ਤੁਹਾਡੇ ਨਾਲ ਫਾਇਦਾ ਹੋ ਰਿਹਾ, ਔਰ ਉਹ ਵੀ ਗਰੋ ਕਰ ਰਹੇ ਨੇ। ਲਾਈਕ ਮੇਰੀ ਟੀਮ ਆ, ਮੇਰੀ ਟੀਮ 'ਚੋਂ ਅਗਰ ਕੋਈ ਚੀਜ਼ ਖਰੀਦਦਾ, ਦੈਟ ਮੀਨਸ ਮੈਂ ਸਕਸੈਸਫੁਲ ਹਾਂ, ਤਾਂ ਉਹ ਵੀ ਸਕਸੈਸਫੁਲ ਆ। ਬਿਲਕੁਲ। ਸੋ ਮੇਰੇ ਡੇਲੀ ਦੇ ਖਰਚੇ, ਮੈਂ ਆਪਣਾ ਇੱਕ ਮੇਰਾ ਘਰ ਜਾਂ ਮੇਰਾ ਲਾਈਫ ਸਟਾਈਲ ਜਿਹੜਾ ਮੈਂ ਆਪਣੇ ਪੈਸਿਆਂ 'ਤੇ ਮੇਨਟੇਨ ਕੀਤਾ, ਰਾਈਟ? ਫਿਰ ਮੇਰੇ ਅੱਗੋਂ ਮੇਰੇ 20 ਜਾਣਿਆਂ ਦਾ ਘਰ ਚੱਲਦਾ ਮੇਰੇ ਤੋਂ, ਤਾਂ ਉਹ ਸਕਸੈਸਫੁਲ ਹੋਇਆ। ਸੋ ਉੱਥੇ ਫੇਮਸ ਔਰ ਸਕਸੈਸਫੁਲ ਦੋਨੋਂ ਇੱਕ ਟਾਈਮ 'ਤੇ ਹੋਣਾ ਮਤਲਬ ਇਹ ਕੋਈ ਜ਼ਰੂਰੀ ਨਹੀਂ ਹੈਗਾ, ਹੈ ਨਾ? ਇਹ ਕੋਈ ਜ਼ਰੂਰੀ ਨਹੀਂ। ਸੋ ਫੇਮਸ ਹੋਣਾ ਡਿਫਿਕਲਟ ਅਲੱਗ ਚੀਜ਼ ਆ, ਔਰ ਉਸ ਵਕਤ ਬਹੁਤ ਲੋਕ ਸ਼ਾਇਦ ਮੇਰੀ ਗੱਲ ਤੋਂ ਸਹਿਮਤ ਕਰਦੇ ਹੋਣਗੇ, ਫੇਮਸ ਹੋ ਗਏ ਬਟ ਲਾਈਫ ਸਟਾਈਲ ਐਂਡ ਸਕਸੈਸਫੁਲ ਜ਼ਿੰਦਗੀ ਨਹੀਂ ਹੈਗੀ। ਫੇਮਸ ਹੋਣਾ ਤਾਂ ਬਹੁਤ ਸ਼ਾਰਟ ਟਾਈਮ ਪੀਰੀਅਡ ਆ। ਬਿਲਕੁਲ, ਅੱਜ ਦੇ ਟਾਈਮ 'ਚ ਤਾਂ ਬਹੁਤ ਸਾਰੇ ਸਿੰਗਰ ਹੈ ਜਿਨ੍ਹਾਂ ਕੋਲ ਆਪਣੀ ਕਾਰ ਨਹੀਂ ਹੈਗੀ, ਬਟ ਉਹ ਉਸ ਮੁਸ਼ੱਕਤ ਨਾਲ ਲੜ ਰਹੇ ਨੇ ਕਿ ਮੈਂ ਜਾਵਾਂ, ਸਮਝ ਰਿਹਾ ਸੀ ਬਹੁਤ ਸਕਸੈਸਫੁਲ ਆ। ਸਕਸੈਸਫੁਲ ਸਮਝਣਾ ਇਜ਼ ਅ ਡਿਫਰੈਂਟ ਥਿੰਗ, ਤੁਸੀਂ ਆਪਣੇ ਮਨ ਨੂੰ ਸਮਝਾ ਰਹੇ ਹੋ। ਫੋਰ ਐਗਜ਼ਾਮਪਲ ਕੋਈ ਸਿੰਗਰ ਹੈ, ਕੋਈ ਬਹੁਤ ਇੱਕ ਗਾਣੇ ਤੋਂ ਫੇਮਸ ਹੋ ਗਿਆ, ਬਟ ਹੁਣ ਲੋਕ ਕਹਿਣਗੇ ਯਾਰ ਇਹ ਤਾਂ ਪੱਕਾ ਇਹਦੇ ਕੋਲ ਤਾਂ ਰੇਂਜ ਰੋਵਰ ਹੋਏਗੀ, ਬਟ ਉਹਨੂੰ ਪਤਾ ਹੋਏਗਾ ਨਾ ਕਿ ਉਹ ਕਿੱਦਾਂ ਦੀ ਚੀਜ਼ਾਂ ਫੇਸ ਕਰ ਰਿਹਾ ਆ। ਸੋ ਉਹ ਚੀਜ਼ਾਂ ਦੇ ਨਾਲ ਉਹ ਕਰਨਾ, ਉਹਨਾਂ ਨੂੰ ਹੈ ਨਾ ਆਪਟ ਕਰਨਾ, ਉਹ ਡਿਫਰੈਂਟ ਚੀਜ਼ ਆ। ਜਦੋਂ ਤੁਸੀਂ ਬੰਬੇ ਵਗੈਰਾ ਸ਼ੂਟ ਕਰਦੇ, ਜਿੱਦਾਂ ਗਾਣੇ ਵਗੈਰਾ ਤੁਸੀਂ ਸ਼ੂਟ ਕਰ ਰਹੇ ਹੋ ਨਾ, ਤੇ ਉਦੋਂ ਡਾਇਰੈਕਟਰਸ ਕਹਿੰਦੇ ਆ ਕਿ ਯਾਰ ਸਾਨੂੰ ਪੰਜਾਬੀ ਕੁੜੀਆਂ ਦੀ ਆਹ ਵਾਲੀ ਆਦਤ ਬਹੁਤ ਵਧੀਆ ਲੱਗਦੀ ਹੈ। ਹੋਇਆ ਕਦੀ ਇਦਾਂ? ਬੰਬੇ ਹਲੇ ਉਹ ਮੌਕਾ ਹੀ ਨਹੀਂ ਆਇਆ ਸ਼ੂਟ ਕਰਨ ਦਾ। ਹਾਂ, ਵੈਸੇ ਤਾਂ ਬਿਕਾਜ਼ ਉਦੋਂ ਦੀ ਇੰਡਸਟਰੀ ਇੱਧਰ ਸ਼ਿਫਟ ਹੋ ਗਈ, ਲੋਕਡਾਊਨ 'ਚ ਸਾਰੇ ਸ਼ੂਟ। ਮੈਂ ਕਿਹਾ ਤਾਂ ਮੇਰੇ ਲਈ ਤਾਂ ਜਿਵੇਂ ਰੱਬ ਆਪ ਥਾਲੀ 'ਚ ਪਰੋਸ ਰਿਹਾ ਵੀ, ਉਹ ਵੱਡੇ ਗਾਣੇ, ਅਰੀਜੀਤ ਦਾ ਗਾਣਾ ਇੱਥੇ ਸ਼ੂਟ ਹੋਇਆ, ਔਰ ਉਹ ਵੀ ਅਰਵਿੰਦਰ ਖਹਿਰਾ ਨਾਲ ਹੋਇਆ। ਸੋ ਸਾਰੇ ਪੰਜਾਬੀ ਸੀ, ਪੁਰਾਣੇ ਜਾਣਦੇ, ਤੇ ਕੰਫਰਟ ਲੈਵਲ ਵਧੀਆ ਸੀਗਾ। ਅੱਛਾ ਹਿਮਾਂਸ਼ੀ, ਤੁਹਾਡੇ ਕੋਈ ਇਹੋ ਜਿਹੇ 4 ਬੈਸਟ ਫਰੈਂਡਸ ਜਿਨ੍ਹਾਂ ਦੇ ਤੁਸੀਂ ਨਾਮ ਲੈਣਾ ਚਾਹੋਗੇ, ਜਿਹੜੇ ਆਲਵੇਜ਼ ਤੁਹਾਡੇ ਨਾਲ ਹੁੰਦੇ ਆ?
ਮੇਰੀ ਟੀਮ ਰਹਿੰਦੀ ਆ 24/7 ਮੇਰੇ ਨਾਲ। ਸੋ ਸਾਡੇ ਗਰੁੱਪ ਦਾ ਨਾਮ ਹੈਗਾ 4 More Shots। 4 More Shots। ਇੱਕ ਅੱਛਾ ਸੀਰੀਜ਼ ਆਈ ਸੀਗੀ ਜਿਸ 'ਚ 4 ਕੁੜੀਆਂ ਹੁੰਦੀਆਂ। ਅੱਛਾ ਹਾਂ। ਤੇ ਤੁਸੀਂ ਚਾਰੋਂ ਕੁੜੀਆਂ ਹੀ ਹੋ? ਯੂ ਕੈਨ ਸੇ ਦੈਟ। ਚਲੋ 4 More Shots। Shots। ਓਕੇ। ਅੱਛਾ, ਕਰੋਨਾ ਦੇ ਵਿੱਚ ਨਾ, ਲੋਕਡਾਊਨ ਦੇ ਵਿੱਚ ਹਰ ਕਿਸੇ ਦੀ ਫੂਡ ਰੂਟੀਨ ਬਦਲ ਗਈ। ਕੋਈ ਬਹੁਤ ਜ਼ਿਆਦਾ ਲੋਕਡਾਊਨ 'ਚ ਮੋਟਾ ਹੋ ਗਿਆ ਹੈ ਨਾ, ਕੋਈ ਬਹੁਤ ਪਤਲਾ ਹੋ ਗਿਆ, ਕਿਸੇ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੀ ਲੀਨ ਕਰ ਲਿਆ ਹੈ ਨਾ। ਤੁਹਾਡੀ ਫੂਡ ਰੂਟੀਨ ਉਦੋਂ ਬਦਲੀ ਸੀ ਥੋੜੀ ਜੀ, ਤੇ ਹੁਣ ਕਿੱਦਾਂ ਦੀ ਚੱਲ ਰਹੀ ਹੈ ਫੂਡ ਰੂਟੀਨ ਥੋੜੀ? ਜਦੋਂ ਲੋਕਡਾਊਨ ਹੋਇਆ ਮੇਰੇ ਮਮ ਨੇ ਛੋਟਾ ਬ੍ਰਦਰ ਮੇਰੇ ਕੋਲ ਭੇਜਤਾ ਬਿਕਾਜ਼ ਉਹ ਟਿਕਦਾ ਨਹੀਂ ਸੀਗਾ। ਅੱਛਾ। ਤੇ ਇੱਥੇ ਹਰ ਜਗ੍ਹਾ ਕਾਰ ਤੇ ਜਾਣਾ ਪੈਂਦਾ। ਸੋ ਫਿਰ ਉਹਨੂੰ ਮੇਰੇ ਕੋਲ ਭੇਜਿਆ। ਸਾਡੇ ਘਰ ਹਰ ਰੋਜ਼ ਚੀਜ਼ ਬਣਦੀ ਸੀ, ਖਾਂਦੇ ਸੀ, ਬਟ ਮੈਂ ਉਲਟਾ ਸਗੋਂ ਲੂਜ਼ ਕੀਤਾ ਸੀਗਾ। ਅੱਛਾ। ਸੋ ਪਿੱਛੇ ਜੇ ਥੋੜਾ ਜਿਹਾ ਬਿਮਾਰ ਰਹੀ ਹਾਂ, ਉਹਦੇ ਨਾਲ 2 kg ਅਪ ਹੋਇਆ ਆ। ਫਿਰ ਮੈਨੂੰ ਲੱਗਦਾ ਹੁਣ ਮੈਂ ਫਿਰ ਮੇਨਟੇਨ ਕਰ ਲਾਂਗੀ। ਅੱਛਾ, ਹੁਣ ਫੂਡ ਰੂਟੀਨ ਕੀ ਚੱਲਦੀ ਹੈ ਵੈਸੇ? ਮੇਰੀ ਮੈਨੂੰ PCOS ਦੀ ਪ੍ਰੋਬਲਮ ਹੈ। ਸੋ ਉਹਦੇ ਕਰਕੇ ਮੇਰੀ ਡਾਈਟੀਸ਼ੀਅਨ ਹਰ ਵਕਤ ਮੋਨੀਟਰ ਕਰਦੀ ਰਹਿੰਦੀ ਆ ਕਿ ਅੱਛਾ। ਪਰ ਨਹੀਂ, ਹੁਣ ਤਾਂ ਤੁਸੀਂ ਮੈਨੂੰ ਵਧੀਆ ਲੱਗ ਰਹੇ ਹੋ, ਦੇਖਣ ਦੇ ਵਿੱਚ ਫਿੱਟ ਲੱਗ ਰਹੇ ਹੋ। ਉਹਦਾ ਉਹ ਡਿਸੀਜ਼ ਹੀ ਇਦਾਂ ਦੀ ਹੈ ਜਿਹਦਾ ਸਿੱਧਾ ਕਨੈਕਸ਼ਨ weight ਨਾਲ ਆ। ਕਦੇ ਇੱਕੋ ਦਮ ਅਪ ਹੋ ਜਾਂਦਾ ਹੈ, ਇੱਕ ਸਟ੍ਰੈਸ ਨਾਲ ਬਹੁਤ ਵੱਧਦਾ ਘਟਦਾ। ਸੋ ਆਪਣਾ ਕੰਮ ਇਦਾਂ ਦਾ ਦਿਨ ਰਾਤ ਹੈ ਨਾ, ਸੋ ਉਹਦੇ ਕਰਕੇ ਮੋਨੀਟਰ ਕਰਨਾ ਪੈਂਦਾ ਤੇ ਬਸ। ਸਟ੍ਰੈਸ ਨਹੀਂ ਲੈਣਾ ਚਾਹੀਦਾ। ਨੋ, ਸਟ੍ਰੈਸ ਇਜ਼ ਲਾਈਕ ਸ਼ੂਟ ਦਾ ਵੀ ਤਾਂ ਸਟ੍ਰੈਸ ਹੁੰਦਾ ਆ। ਬਿਲਕੁਲ, ਹਾਏ ਕੱਪੜੇ ਨਹੀਂ ਹੋਏ, ਆ ਨਹੀਂ ਹੋਇਆ, ਉਹ ਨਹੀਂ ਹੋਇਆ। ਸੋ ਉੱਦਾਂ ਦਾ ਸਟ੍ਰੈਸ ਵੀ ਨਹੀਂ, ਬਟ ਆ ਤਾਂ ਸਾਡਾ ਹੁਣ ਇਹ ਤਾਂ ਸਾਡੀ ਲਾਈਫ ਦਾ ਪਾਰਟ ਆ। ਇਹ ਤਾਂ ਹੈ। ਅੱਛਾ, ਕੁੜੀ ਹੋ ਕੇ ਕੁੜੀਆਂ ਦੀ ਕੋਈ ਇਹੋ ਜਿਹੀ ਆਦਤ ਜਿਹੜੀ ਤੁਹਾਨੂੰ ਬੜੀ ਇਰੀਟੇਟ ਕਰਦੀ ਹੈ ਕਿ ਯਾਰ ਇਦਾਂ ਕਿਉਂ? ਹੁਣ ਜਿੱਦਾਂ ਤੁਸੀਂ ਕਿਹਾ ਕਿ 4 More Shots ਹੈ ਨਾ, ਤੇ ਕਿਹੜੀ ਆਦਤ ਆ ਜਿਹੜੀ ਸਭ ਤੋਂ ਜ਼ਿਆਦਾ ਇਰੀਟੇਟ ਕਰਦੀ ਹੈ ਕੁੜੀਆਂ ਦੀ? ਮੈਨੂੰ ਜਿਵੇਂ ਇੱਕੋਦਮ ਜਜਮੈਂਟਲ ਹੋ ਜਾਂਦੀਆਂ ਨੇ, ਮੈਨੂੰ ਉਹ ਚੀਜ਼ ਬਹੁਤ ਬੁਰੀ ਲੱਗਦੀ ਆ। ਅੱਛਾ, ਜਜਮੈਂਟਲ ਕਿੱਦਾਂ ਮਤਲਬ? ਜਜਮੈਂਟਲ ਐਵੇਂ ਜਿਵੇਂ ਕਿ ਫੋਰ ਐਗਜ਼ਾਮਪਲ ਲਾਈਕ ਮੇਰੇ ਕੋਲੇ ਕੋਈ ਬੈਠੀ ਹੈ ਐਂਡ ਦ ਥਰਡ ਗਰਲ ਜਿਹੜੀ ਆ ਕੁੜੀ ਦੂਰ ਆ, ਉਹ ਵੀ ਸਾਡੀ ਇੱਕ ਫਰੈਂਡ ਹੀ ਹੋਵੇ, ਲੇਕਿਨ ਉਹਨੇ ਅਜ਼ਿਊਮ ਕਰ ਲੈਣਾ ਵੀ ਪੱਕਾ ਮੇਰੀਆਂ ਗੱਲਾਂ ਚੱਲ ਰਹੀਆਂ ਹੋਣੀਆਂ, ਮੇਰਾ ਹੀ ਸਭ ਕੁਝ ਚੱਲ ਰਿਹਾ ਹੋਣਾ, ਇਹੀ ਦੋਨੋਂ ਜ਼ਿੰਮੇਵਾਰ ਨੇ। ਸੋ ਮਤਲਬ ਮੈਨੂੰ ਉਹ ਚੀਜ਼ ਬਹੁਤ ਜ਼ਿਆਦਾ ਇਰੀਟੇਟਿੰਗ ਲੱਗਦੀ ਆ। ਜਦੋਂ ਤੁਸੀਂ ਫਰੈਂਡਸ ਜਾਂ ਤੁਸੀਂ ਉਵੇਂ ਹਰ ਚੀਜ਼ 'ਚ ਆ ਕੇ ਬੇਬਾਕ ਹੋ ਕੇ ਬੋਲਣਾ, ਤੇ ਜਦੋਂ ਫਿਰ ਥੋੜੀ ਜਿਹੀ ਨੈਗੇਟਿਵ ਚੀਜ਼ ਸੁਣਦੇ ਉਹਨੂੰ ਟਰੀਟ ਜਾਂ ਉਹਨੂੰ ਠੀਕ ਕਰਨ ਦੀ ਬਜਾਏ ਤੁਸੀਂ ਉੱਥੋਂ ਹੀ ਮਤਲਬ ਸਾਰਾ ਉਹ ਕਰ ਦਿੰਦੇ। ਮੁੰਡਿਆਂ 'ਚ ਆ ਗੱਲ ਮੈਨੂੰ ਚੰਗੀ ਲੱਗਦੀ ਆ। ਮੁੰਡਿਆਂ 'ਚ ਬਹੁਤ ਗੱਲਾਂ ਉਹ ਬਹਿ ਕੇ ਗੱਲਾਂ ਸੋਲਵ ਕਰ ਲੈਂਦੇ ਨੇ। ਮੁੰਡਿਆਂ 'ਚ ਜੈਲਸੀ ਵੀ ਨਹੀਂ ਹੁੰਦੀ। ਹਾਂ, ਜੈਲਸੀ ਨਹੀਂ ਹੁੰਦੀ। ਕੁੜੀਆਂ 'ਚ ਜੈਲਸੀ ਇੱਕ ਪੁਆਇੰਟ ਤੇ ਮੇਰੇ ਹਮੇਸ਼ਾ ਮੰਮੀ ਕਹਿੰਦੇ ਹੁੰਦੇ ਨੇ ਵੀ ਮੁੰਡੇ ਇੱਕ ਘਰ ਦੇ ਵਿੱਚ 25 ਜਾਣੇ ਰਲ ਕੇ ਰਹਿ ਲੈਣਗੇ, ਬਿਲਕੁਲ PG 'ਚ ਰਹਿ ਲੈਣਗੇ, ਫਲੈਟ ਲੈ ਕੇ ਰਹਿ ਲੈਣਗੇ, ਬਟ 2 ਸਕੀਆਂ ਭੈਣਾਂ ਨਹੀਂ ਰਹਿੰਦੀਆਂ। ਉਹ ਮੇਨ ਲੜਾਈ ਕੱਪੜੇ ਜੁੱਤੀਆਂ ਤੋਂ ਸ਼ੁਰੂ ਹੁੰਦੀ ਹੈ ਪਹਿਲੇ, ਬਹੁਤ ਜ਼ਿਆਦਾ, ਵੀ ਇਹਦੇ ਕੋਲ ਸੂਟ ਜ਼ਿਆਦਾ, ਮੇਰੇ ਕੋਲ ਘੱਟ ਹੈ। ਬਿਲਕੁਲ। ਸਕਸੈਸ ਹੈਜ਼ ਡਿਸਟਰੋਇਡ ਮੋਰ ਪੀਪਲ ਦੈਨ ਫੇਲਿਅਰ। ਐਗਰੀ ਕਰਦੇ ਹੋ ਇਸ ਗੱਲ? ਸੌਰੀ, ਕਿੱਦਾਂ? ਸਕਸੈਸ ਹੈਜ਼ ਡਿਸਟਰੋਇਡ ਮੋਰ ਪੀਪਲ ਦੈਨ ਫੇਲਿਅਰ। ਬਿਲਕੁਲ। ਕਿੱਦਾਂ? ਬਿਕਾਜ਼ ਉਹੀ ਅਗੇਨ ਜਿੱਦਾਂ ਜਿੱਦਾਂ ਬੰਦਾ ਰਾਈਜ਼ ਕਰਦਾ ਥੋੜਾ ਸਰਕਲ ਛੋਟਾ ਹੁੰਦਾ ਰਹਿੰਦਾ। ਸਾਡੇ ਫੀਲਡ ਦੇ ਵਿੱਚ ਆਰਟਿਸਟਾਂ ਨੂੰ ਜ਼ਿਆਦਾਤਰ ਸਾਈਕੋਲੋਜੀਕਲੀ ਸਟਰੋਂਗ ਬੰਦੇ ਚਾਹੀਦੇ ਹੁੰਦੇ ਆਪਣੇ ਅਰਾਊਂਡ, ਜੋ ਕਿ ਇਹ ਨਾ ਸਮਝਣ ਵੀ ਜੇ ਗੱਡੀ ਕਾਰ ਫੇਮ ਹੈਗਾ ਦੈਟ ਮੀਨਸ ਹੀ ਇਜ਼ ਅ ਹੈਪੀਐਸਟ ਪਰਸਨ। ਸੋ ਤੁਹਾਡੇ ਕੋਲੇ ਉੱਦਾਂ ਦੇ ਲੋਕ ਹੋਣ ਜੋ ਤੁਹਾਡੀ ਮਨਸ਼ਾ ਨੂੰ ਸਮਝਣ। ਜਦੋਂ ਲੋਕ ਕਹਿੰਦੇ ਲੈ ਤੈਨੂੰ ਕਾਹਦੀ ਕਮੀਆਂ ਹੁੰਦਾ, ਤੇ ਕੋ ਸਾਰਾ ਕੁਛ ਆ, ਬਟ ਜ਼ਰੂਰੀ ਨਹੀਂ ਹੁੰਦਾ ਦੈਟ ਉਹ ਮਟੀਰੀਅਲਿਸਟਿਕ ਚੀਜ਼ਾਂ ਨੇ। ਲੇਕਿਨ ਇੰਟਰਨਲੀ ਜਦੋਂ ਤੁਸੀਂ ਸਭ ਕੁਝ ਅਚੀਵ ਕਰ ਲੈਂਦੇ ਹੋ ਬਟ ਸਟਿਲ ਤੁਹਾਡੇ ਕੋਲੇ ਕੁਝ ਮਿਸਿੰਗ ਹੁੰਦਾ, ਉਹਦੇ ਵਾਸਤੇ ਮਮ ਡੈਡ ਫਰੈਂਡਸ ਭੈਣ ਭਰਾ ਤੁਹਾਡੀ ਉਹ ਚੀਜ਼ਾਂ ਨੂੰ ਸਮਝ ਸਕਣ। ਲੇਕਿਨ ਆਪਣੇ ਰਿਲੇਟਿਵਸ ਹੁੰਦੇ ਆ ਜਾਂ ਆਲੇ ਦੁਆਲੇ ਦੇ ਲੋਕ ਹੁੰਦੇ ਆ, ਉਹ ਤੁਹਾਡੇ ਤੋਂ ਜਾਣ ਕੇ ਪਿੱਛੇ ਹਟਣ ਲੱਗ ਪੈਂਦੇ, ਯਾਰ ਇਹਦੇ 'ਚ ਆਕੜ ਆ ਗਈ ਜਾਂ ਇਹਦੇ 'ਚ, ਜਾਂ ਹੋ ਸਕਦਾ ਉਹ ਆਪਣੀ ਸਕਸੈਸ ਨੂੰ ਪਤਾ ਨਹੀਂ ਕਿਵੇਂ ਡੀਲ ਕਰ ਰਿਹਾ ਹੋਵੇ। ਤੋ ਆਈ ਥਿੰਕ ਯੈਸ ਡਿਸਟਰੋਏ ਕਰ। ਤੁਸੀਂ ਕਿੱਦਾਂ ਮੇਨਟੇਨ ਕਰਕੇ ਰੱਖਿਆ ਆਪਣੀ ਸਕਸੈਸ ਨੂੰ? ਮੇਰੀ ਸਕਸੈਸ ਨੂੰ ਜਾਂ ਮੈਂ ਕਿਸੇ ਵੀ ਚੀਜ਼ ਨੂੰ ਹੈਂਡਲ ਕਰਦੀ, ਮੈਂ ਆਪਣੀ ਟੀਮ ਨਾਲ ਸ਼ੇਅਰ ਕਰਦੀ। ਦੈਟਸ ਵਾਈ ਉਹ ਮੇਰੇ ਕਲੋਜ਼ ਆ, ਬਿਕਾਜ਼ ਉਹ ਸ਼ਾਇਦ ਸਮਝ ਪਾਉਂਦੇ ਨੇ ਕਿਉਂਕਿ ਉਹ ਮੇਰੇ ਕੰਮ ਦਾ ਹਿੱਸਾ ਹੈ। ਐਂਡ ਦੂਸਰੀ ਗੱਲ ਇਹ ਹੈ ਕਿ ਉਹ ਸੇਮ ਫੀਲਡ ਦੇ ਨਹੀਂ ਵੀ ਹੈਗੇ। ਹਾਂ, ਰਾਈਟ। ਅਗਰ ਮੈਂ ਇਹੀ ਗੱਲ ਕਿਸੇ ਆਰਟਿਸਟ ਨੂੰ ਦੱਸੂਗੀ ਉਹਨੂੰ ਸਮਝ ਨਹੀਂ ਆਏਗਾ, ਉਹ ਮੈਨੂੰ ਪਹਿਲੇ ਡਿਸਟਰੋਏ ਕਰਨ ਦਾ ਸੋਚੇਗਾ ਕਿ ਪਹਿਲੇ ਇਹਨੂੰ ਸੁੱਟੀਏ, ਇੱਕ ਨੰਬਰ ਤਾਂ ਘੱਟ ਹੋਏਗਾ। ਸੋ ਮੇਰੀ ਮੈਨੇਜਰ ਉਹਦਾ ਕੰਮ ਡਿਫਰੈਂਟ ਆ, ਮੇਰਾ ਮੇਕਅਪ ਆਰਟਿਸਟ, ਮੇਰੀ ਡਿਜ਼ਾਈਨਰ। ਸੋ ਆਪਾਂ ਇੱਕ ਦੂਜੇ ਦੇ ਕੰਮ ਨੂੰ ਕਲੈਸ਼ ਨਹੀਂ ਕਰਦੇ। ਤੇ ਇਦਾਂ ਸੰਭਾਲਦੇ ਹੋ ਆਪਣੀ ਸਕਸੈਸ ਨੂੰ।
ਕੰਟਰੋਵਰਸੀਜ਼ ਦੀ ਹਿਮਾਂਸ਼ੀ ਨਾਲ ਬੜੀ ਥੋੜੀ ਜੀ ਮੈਨੂੰ ਲੱਗਦਾ ਵਧੀਆ ਬਣਦੀ ਹੈ ਕਿ ਧੱਕੇ ਨਾਲ ਹੀ ਆ ਜਾਂਦੀਆਂ ਨੇ ਹਿਮਾਂਸ਼ੀ ਕੋਲ ਕਿ ਬਿਲਕੁਲ ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਮਤਲਬ ਉਹ ਹੁੰਦਾ ਨਹੀਂ ਹੈ ਬੰਦੇ ਨੂੰ, ਜਿੱਦਾਂ ਜੇ ਨਾਰਮਲੀ ਗੱਲ ਕਰੀਏ ਸੁੱਤੇ ਉੱਠ ਕੇ ਦੇਖੋ ਤੇ ਫੋਨ ਮੇਰੇ ਨਾਲ ਐਕਚੁਅਲੀ ਇਦਾਂ ਹੀ ਹੁੰਦਾ ਹੈ। ਇਹੀ ਉਹੀ ਮੈਂ ਗੱਲ ਕਰ ਸੁੱਤੀ ਪਈ ਕੋਈ ਵੀ ਕੰਟਰੋਵਰਸੀ ਉੱਠ ਕੇ ਦੇਖੋ, ਜ਼ਿਆਦਾਤਰ ਮੈਂ ਸੁੱਤੀ ਪਈ ਉੱਠ ਕੇ ਦੇਖਦੀ ਹੁੰਦੀ ਹਾਂ ਕਿ ਆ ਕੀ ਹੋ ਗਿਆ, ਅੱਛਾ ਇਹ ਕਦੋਂ। ਔਰ ਫਿਰ ਸਭ ਤੋਂ ਜ਼ਿਆਦਾ ਤਾਂ ਮੈਨੂੰ ਕਚੀਚੀ ਆਉਂਦੀ, ਖੇਜ ਆਉਂਦੀ ਹੈ ਵੀ ਮੈਂ ਹੁਣ ਲੋਕਾਂ ਨੂੰ ਕਿਵੇਂ ਦੱਸਾਂ। ਜੇ ਤਾਂ ਦੱਸੀਏ ਫਿਰ ਕਹਿੰਦੇ ਨੇ ਜੀ ਆ ਗਏ ਫੁਟੇਜ ਖਾਣੇ ਜਾਂ ਬੋਲਣ ਆ ਗਏ, ਹਨਾ। ਬਟ ਕੀ ਕਰਾਂ। ਪਰ ਫਿਰ ਜਦੋਂ ਪਿੱਛੇ ਜੇ ਥੋੜਾ ਜਿਹਾ ਮਾਹੌਲ ਬਣਿਆ ਸੀ, ਆਪਾਂ ਸਾਰਾ ਨਹੀਂ ਡਿਸਕਸ ਕਰਨਾ ਕਿਉਂਕਿ ਉਹਦਾ ਕੋਈ ਮਤਲਬ ਬੰਦਾ ਹੀ ਨਹੀਂ ਹੈ, ਹਨਾ। ਉਦੋਂ ਪੂਰਾ ਮੈਂ ਵੀ ਸਾਰਾ ਦੇਖਿਆ ਸੀਗਾ, ਹਨਾ। ਤੇ ਉਸ ਮਾਹੌਲ 'ਚ ਮੈਂ ਜਦੋਂ ਦੇਖਿਆ ਸੀ, ਮੈਨੂੰ ਤੁਹਾਡੇ ਫੇਸ ਐਕਸਪ੍ਰੈਸ਼ਨਸ ਤੋਂ ਮੈਨੂੰ ਲੱਗਦਾ ਸੀ ਕਿ ਯਾਰ ਮਤਲਬ ਬੜੀ ਅਜੀਬ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ, ਕਿਉਂਕਿ ਲੱਗ ਜਾਂਦਾ ਤੁਹਾਨੂੰ ਕਿਤੇ ਨਾ ਕਿਤੇ ਪਤਾ। ਤੇ ਉਦੋਂ ਤੁਸੀਂ ਵੀ ਕਿਹਾ ਸੀ, ਸਾਰਿਆਂ ਨੇ ਮੈਨੂੰ ਆ ਕੇ ਇਹੀ ਕਿਹਾ ਕਿ ਯਾਰ ਤੈਨੂੰ ਆਉਣਾ ਹੀ ਨਹੀਂ ਚਾਹੀਦਾ ਸੀ ਲਾਈਵ, ਹਨਾ। ਫਿਰ ਤੁਸੀਂ ਕਿਹਾ ਸੀ ਕਿ ਯਾਰ ਜਦੋਂ ਇਦਾਂ ਦੀਆਂ ਚੀਜ਼ਾਂ ਤੁਹਾਡੇ ਤੇ ਆਉਣਗੀਆਂ ਤਾਂ ਪਤਾ ਲੱਗੇਗਾ, ਹਨਾ। ਪਰ ਫਿਰ ਉਸ ਤੋਂ ਬਾਅਦ ਕੌਣ ਚੁੱਪ ਬੈਠਾ ਜਿਹੜੇ ਮੈਨੂੰ ਸਲਾਹ ਦੇ ਰਹੇ ਸੀ? ਉਹੀ ਤਾਂ ਕਹਿ ਰਹੀ, ਕੋਈ ਵੀ ਨਹੀਂ ਬੈਠਾ ਨਾ। ਪੇਸ਼ੈਂਸ ਦਿਖਾਉਣੇ ਬੜੇ ਮੁਸ਼ਕਿਲ ਹੁੰਦੇ ਆ, ਸਭ ਤੋਂ ਟਫੈਸਟ ਪਾਰਟ ਹੁੰਦਾ ਹੈ। ਜਦੋਂ ਫਿਰ ਇੱਕ ਦੂਜੇ ਤੇ ਆਈ, ਫਿਰ ਮੈਨੂੰ ਲੱਗਦਾ ਨਹੀਂ ਮੈਨੂੰ ਉਸ ਤੋਂ ਬਾਅਦ ਕੋਈ ਚੁੱਪ ਬੈਠਾ ਹੋਊਗਾ। ਸਾਰੇ ਲਾਈਵ ਆਏ ਨੇ, ਕੌਣ ਨਹੀਂ ਆਇਆ? ਰਾਈਟ। ਹਾਂ। ਤੇ ਫਿਰ ਉਹ ਜਿਹੜਾ ਮਾਹੌਲ ਸੀਗਾ, ਉਸ ਤੋਂ ਜਦੋਂ ਟੱਕੇ ਨਾਲ ਕੰਟਰੋਵਰਸੀ ਆ ਜਾਂਦੀ ਹੈ, ਅੱਛਾ ਫਿਰ ਤੁਸੀਂ ਉਸ ਤੋਂ ਬਾਅਦ ਇਹ ਨਹੀਂ ਸੋਚਿਆ ਕਿ ਯਾਰ ਹੁਣ ਕੰਟਰੋਵਰਸੀ ਹੈ, ਹੁਣ ਆਪਾਂ ਵੀ ਕੁਛ ਨਾ ਕੁਛ ਆਪਾਂ ਲਾਈਵ ਕਰ ਦਈਏ ਕੁਛ, ਜਾਂ ਕਿਸੇ ਨੇ ਕਿਹਾ ਵਾ ਕਿ ਨਹੀਂ, ਬਿਕਾਜ਼ ਉਹ ਸੋਚੀ ਸਮਝੀ ਪਲੈਨਿੰਗ ਨਹੀਂ ਸੀ, ਕੋਈ ਐ ਨਹੀਂ ਸੀਗਾ ਕਿ ਮੈਂ ਕਿਸੇ ਨੂੰ ਨੀਚਾ ਦਿਖਾਉਣਾ ਹੈ। ਦੈਟ ਵਾਸ ਵੈਰੀ ਨੈਚੁਰਲ। ਮੈਂ ਵੀ ਇੱਕ ਕੁੜੀ ਹਾਂ ਐਂਡ ਮੈਂ ਬਹੁਤ ਓਵਰ ਇਮੋਸ਼ਨਲ ਹਾਂ। ਕੋਈ ਗੱਲ ਹੋਈ, ਮੈਨੂੰ ਨਾਰਮਲ ਕੁੜੀਆਂ ਵਾਂਗੂ ਗੁੱਸਾ ਆਇਆ, ਔਰ ਮੈਨੂੰ ਬਹੁਤ ਜ਼ਿਆਦਾ ਆਇਆ ਕਿ ਮੈਂ ਉਸ ਵਕਤ ਸ਼ਿਵਰ ਕਰ ਰਹੀ ਸੀ ਕਿ ਮੈਨੂੰ ਬਿਲਕੁਲ। ਮੈਂ ਆਪਣੀ ਮੰਮੀ ਨੂੰ ਲੈ ਕੇ ਬਹੁਤ ਪ੍ਰੋਟੈਕਟਿਵ ਹਾਂ। ਜੇ ਕੋਈ ਬੋਲੇਗਾ, ਕੋਈ ਡਾਇਰੈਕਟਰ ਹੋਏਗਾ, ਕੋਈ ਕੁਛ ਹੋਏਗਾ, ਮੈਂ ਨਹੀਂ ਦੇਖੂੰਗੀ ਕੌਣ ਕਿਹਦੀ ਪਲੇਸ ਕੀ ਆ। ਬਿਕਾਜ਼ ਜਦੋਂ ਤੁਹਾਡੇ ਲਈ ਦਾਇਰਾ ਬੰਨਿਆ ਜਾਂਦਾ ਆ ਤਾਂ ਦੂਜੇ ਨੂੰ ਵੀ ਬੰਨ ਕੇ ਰੱਖਣਾ ਚਾਹੀਦਾ। ਸੋ ਉਸ ਵਕਤ ਮੇਰੀ ਕੋਈ ਗਲਤੀ ਨਹੀਂ ਸੀਗੀ, ਮੈਨੂੰ ਐਂ ਲੱਗਿਆ। ਔਰ ਯੈਸ, ਮੈਂ ਉਸ ਚੀਜ਼ ਤੋਂ ਬੜਾ ਓਵਰਕਮ ਕੀਤਾ ਹੈ। ਕੁਛ ਪੇਜਿਸ ਚੱਲਦੇ ਨੇ, ਟ੍ਰੋਲ ਪੇਜਿਸ ਚੱਲਦੇ ਆ, ਜਿਹੜੇ ਉਸ ਵਕਤ ਇੰਨੇ ਕੁ ਜ਼ਿਆਦਾ ਹਾਈਪ ਤੇ ਸੀਗੇ ਕਿ ਜਿਹੜਾ ਵੀ ਬੰਦਾ ਉਹਦੇ ਤੇ ਆਇਆ ਉਹਦੇ ਕੰਮ ਤੇ ਫਰਕ ਪੈਂਦਾ ਸੀਗਾ। ਬਟ ਜਦ ਮੇਰੀ ਕੋਈ ਗਲਤੀ ਨਹੀਂ ਹੈਗੀ ਔਰ ਉਹ ਚੀਜ਼ ਮੇਰੇ ਕੰਮ ਤੇ ਫਰਕ ਪਾਵੇ, ਫਿਰ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਏਗੀ। ਓਬਵੀਅਸਲੀ ਮੂਡ ਸਵਿੰਗਸ ਆਉਣਾ ਨੈਚੁਰਲ ਹੈ। ਫਿਰ ਮੇਰੀ ਫੈਮਿਲੀ ਨੂੰ ਵਿੱਚ ਪਾਉਣਾ, ਮੇਰਾ ਪਰਸਨਲ ਰਿਲੇਸ਼ਨਸ਼ਿਪ ਸਪੋਇਲ ਹੋਣਾ। ਸੋ ਇੱਕ ਕੁੜੀ ਦੀ ਲਾਈਫ ਪੂਰੀ ਬਦਲ ਗਈ। ਮੇਰੇ ਲਈ ਤਾਂ ਮੇਰੀ ਲਾਈਫ ਦਾ ਸਭ ਤੋਂ ਗੁੱਸਾ ਆਉਣਾ ਜਾਇਜ਼ ਹੈ। ਮੈਂ ਹੁਣ ਤੱਕ ਭੁਗਤ ਰਹੀ ਹਾਂ ਉਹ ਚੀਜ਼, ਬਹੁਤ ਵੱਡਾ। ਬਿਲਕੁਲ। ਬਿਕਾਜ਼ ਮੈਂ ਉਹਨਾਂ ਬੋਲਡ ਬੰਦਿਆਂ 'ਚੋਂ ਹੈ ਨਹੀਂ ਗੀ ਕਿ ਮੈਂ ਦਿਲ 'ਤੇ ਨਾ ਲਵਾਂ। ਮੈਂ ਲਿਆ ਉਹ ਚੀਜ਼ ਦਿਲ 'ਤੇ ਲਈ ਆ। ਮੇਰੀ ਮੌਮ ਨੂੰ ਕੋਈ ਗਾਲਾਂ ਕੱਢੇ, ਕੋਈ ਮੇਰੀ ਪਰਸਨਲ ਲਾਈਫ ਵਿੱਚ ਆ ਜਾਵੇ, ਜਿਹਦੇ ਕਰਕੇ ਮੇਰੀ ਪੂਰੀ ਦੁਨੀਆ ਹੀ ਬਦਲ ਗਈ। ਰਿਐਲਿਟੀ ਕੀ ਹੈ? ਫਿਰ ਉਹੀ ਗੱਲ ਮੈਂ ਬੋਲਦੀ ਹਾਂ ਕਿ ਮੈਂ ਚੁੱਪ ਰਹੀ, ਬਹੁਤ ਜਾਣਿਆਂ ਦੀ ਇੱਜ਼ਤ ਢਕੀ। ਮੈਂ ਕਿਸੇ ਨੂੰ ਉਸ ਪਲੇਟਫਾਰਮ ਤੇ ਵੀ ਬਦਨਾਮ ਕਰਨ ਦਾ ਨਹੀਂ ਸੋਚਿਆ। ਅੱਛਾ ਹਿਮਾਂਸ਼ੀ, ਮੈਨੂੰ ਵੀ ਆਈ ਥਿੰਕ ਜੇ ਐਜ਼ ਐਨ ਆਡੀਅנס ਹੈ ਨਾ, ਜਾਂ ਤੁਸੀਂ ਵੀ, ਤੁਹਾਨੂੰ ਵੀ ਕਿਤੇ ਫੀਲ ਹੋਏਗਾ ਜਦੋਂ ਇੱਕ ਟਾਈਮ ਸੀ ਆਪਣੀ ਇੰਡਸਟਰੀ ਦੇ ਵਿੱਚ, ਹੈ ਨਾ, ਜਦੋਂ ਮਿਡ ਜੇ ਦੇ ਵਿੱਚ ਹਰ ਗਾਣੇ 'ਚ ਹਿਮਾਂਸ਼ੀ ਖੁਰਾਨਾ ਸੀ, ਹਿਮਾਂਸ਼ੀ ਖੁਰਾਨਾ, ਹਿਮਾਂਸ਼ੀ ਖੁਰਾਨਾ, ਹਿਮਾਂਸ਼ੀ। ਜਦੋਂ ਤੁਸੀਂ ਆਪਣੇ ਆਪ ਨੂੰ ਦੇਖਦੇ ਸੀ ਬੈਕ ਟੂ ਬੈਕ, ਯਾਰ ਤੁਹਾਨੂੰ ਫੀਲ ਨਹੀਂ ਸੀ ਹੁੰਦਾ ਕਿ ਯਾਰ ਕਿਤੇ ਲੋਕ ਮੇਰੇ ਤੋਂ ਬੋਰ ਹੀ ਨਾ ਹੋ ਜਾਣ, ਮੈਨੂੰ ਬੈਕ ਟੂ ਬੈਕ ਇੱਦਾਂ ਦੇਖ ਕੇ ਕੀ ਲੱਗਦਾ ਸੀ ਕਿ ਨਹੀਂ ਯਾਰ ਬਹੁਤ ਵਧੀਆ ਹੁੰਦਾ ਸੀ? ਸਟਾਰਟਿੰਗ ਦੇ ਵਿੱਚ ਜਦੋਂ ਮੇਰਾ ਗਾਣਾ ਆਇਆ ਸੀਗਾ, ਨਾਨਾ ਨਾਨਾ ਕਰਕੇ ਆਇਆ ਸੀਗਾ, ਮੈਂ ਉਹੀ ਅੱਜ ਉੱਪਰ ਆਫਿਸ 'ਚ ਬੈਠੇ ਸੀ ਉਦੋਂ ਗੱਲ ਕਰ ਰਹੀ ਸੀ। 6 ਗਾਣੇ ਮੈਂ ਐਸ ਜੇ ਕੀਤੇ ਸੀ ਜਿਹੜੇ ਸੁਪਰ ਡੁਪਰ ਬਲੌਕਬਸਟਰ ਸੀਗੇ। ਨਿੰਜੇ ਦਾ ਸੀਗਾ, ਆਪਣਾ ਅੰਮ੍ਰਿਤ ਮਾਨ ਦਾ ਸੀ, ਐਮੀ ਵਿਰਕ ਦਾ ਸੀ, ਅਮਰ ਸਜਾਲਪੁਰੀਆ ਦਾ ਸੀ, ਜੇ ਸਟਾਰ ਦਾ ਸੀ। ਸੋ ਉਹ ਇੱਦਾਂ ਸੀਗੇ ਕਿ 6 ਮਹੀਨੇ 6 ਮਹੀਨੇ ਮੈਂ ਗਾਇਬ। ਮੈਂ ਟੋਟਲੀ ਟੀਵੀ ਤੇ ਆਉਂਦੀ ਨਹੀਂ। ਗਰਮੀਆਂ 'ਚ ਮੈਂ ਬਿਲਕੁਲ ਸ਼ੂਟ ਨਹੀਂ ਕਰਨਾ, ਫਿਰ ਜਿੱਦਾਂ ਸੀਜ਼ਨ ਸਟਾਰਟ ਹੋਣਾ ਔਰ ਫਿਰ ਕਰਨਾ। ਬਟ ਹਰ ਵਾਰੀ ਮੈਨੂੰ ਐ ਸਟ੍ਰੈਸ ਹੋ ਜਾਂਦਾ ਸੀਗਾ ਕਿ ਯਾਰ ਲੁੱਕ ਡਿਫਰੈਂਟ ਹੋਣੀ ਚਾਹੀਦੀ ਹੈ, ਡਿਫਰੈਂਟ ਹੋਣੀ ਚਾਹੀਦੀ। ਉਸ ਵਕਤ ਫਿਰ ਮੈਂ ਐਕਸਪੈਰੀਮੈਂਟ ਕੀਤੇ, ਕਦੇ ਬਾਲ ਚੌਪ ਕਰਾਤੇ, ਕਦੇ ਕੁਛ ਕਰਤਾ, ਕਦੇ ਤਾਰਾ ਦੇ ਵਿੱਚ, ਕਦੇ ਵਿਗ ਟਰਾਈ ਕੀਤੀ, ਹੋਵੇ ਜਿੰਨਾ ਹੋ ਸਕਦਾ ਹੈ ਡਿਫਰੈਂਟਲੀ, ਹੈ ਨਾ। ਲੇਕਿਨ ਚਲੋ ਓਵਰਆਲ ਪ੍ਰੋਜੈਕਟ ਮੈਟਰ ਕਰਦਾ ਸੀ, ਸਿੰਗਰ ਵੀ ਵਧੀਆ ਸੀ। ਉਹ ਟਾਈਮ ਨਾ, ਮੈਂ ਵੈਸੇ ਇੱਕ ਮੇਰਾ ਸਵਾਲ ਨਹੀਂ ਹੈ, ਲਾਈਕ ਮੈਨੂੰ ਹੁਣ ਉੱਥੋਂ ਨਾ ਉਹ ਵਧੀਆ ਲੱਗ ਰਿਹਾ ਉਹ ਟਾਈਮ ਜਦੋਂ ਗਾਣੇ ਬੈਕ ਟੂ ਬੈਕ ਵੈਸੇ ਵੀ ਸਾਰੇ ਹਿੱਟ ਜਾ ਰਹੇ ਸੀ ਆਪਣੀ ਪੰਜਾਬੀ ਇੰਡਸਟਰੀ ਦੇ, ਨਾ, ਕਿਉਂਕਿ ਵਧੀਆ ਆਪਣੇ ਆਏ ਸੀ ਉਦੋਂ ਸਿੰਗਰ। ਉਹ ਵਾਲਾ ਟਾਈਮ ਕਿੱਦਾਂ ਦਾ ਸੀ ਤੁਹਾਡਾ? ਜਦੋਂ ਕਿਉਂਕਿ ਉਦੋਂ ਸਿੰਸੈਰਿਟੀ ਸੀਗੀ। ਉਸ ਵੇਲੇ ਸਾਰੇ ਪੰਜਾਬੀ ਚੈਨਲਸ ਵੀ ਬੜੇ ਵਧੀਆ ਜਾ ਰਹੇ ਸੀ, ਮੀਡੀਆ ਵੀ ਬੜਾ ਵਧੀਆ ਜਾ ਰਿਹਾ ਸੀ, ਫਿਲਮਸ ਵੀ ਬੜੀਆਂ ਇੱਕੋ ਦਮ ਸਟਾਰਟ ਹੋਈਆਂ ਸੀਗੀਆਂ। ਇੱਕ 2013 ਦੀ ਗੱਲ ਆ, ਮੈਨੂੰ ਪ੍ਰੋਪਰਲੀ ਯਾਦ ਆ। ਸਾਰੇ ਜਿਹੜੇ ਯੰਗ ਸਿੰਗਰ ਸੀਗੇ ਉਹਨਾਂ ਦਾ ਦੌਰ ਸ਼ੁਰੂ ਹੋਇਆ ਸੀਗਾ, ਵੀਡੀਓਜ਼ ਦਾ ਦੌਰ ਵੀ ਉੱਥੋਂ ਹੀ ਸਟਾਰਟ ਹੋਇਆ ਸੀਗਾ। ਐਮੀ, ਰਣਜੀਤ ਬਾਵਾ, ਮਨਿੰਦਰ ਬੁੱਟਰ,
ਆਪਣੇ ਸਿੱਪੀ ਗਿੱਲ ਤੇ ਉਹਨਾਂ ਦੇ ਗਾਣੇ ਉਧਰੋਂ, ਫਿਰ ਆਪਣੇ ਹਾਰਡੀ ਸੰਧੂ, ਇਹ ਸਾਰੇ ਮਤਲਬ ਇੱਕ ਬੰਚ ਆਇਆ ਸੀਗਾ ਤੇ ਸਾਰੇ ਇਕੱਠੇ ਸੀਗੇ। ਨਿੰਜਾ, ਮਨਕਿਰਤ, ਇਹ ਸਾਰੇ ਐਵੇਂ ਸੀਗੇ ਕਿ ਉੱਥੋਂ ਗਾਣੇ ਹਿੱਟ ਹੋਣੇ ਸ਼ੁਰੂ ਹੋਏ। ਉਸ ਵਕਤ ਇਹ ਹੁੰਦਾ ਸੀਗਾ ਕਿ ਆਪਾਂ ਕੁਆਲਿਟੀ ਦੇਣੀ ਆ, ਕੁਆਲਿਟੀ ਸੀ ਯੈਸ, ਉੱਥੋਂ ਉਹਨਾਂ ਦਾ ਬੇਸ ਬਣਿਆ। ਲੇਕਿਨ ਅੱਜ ਵੀ ਗਾਣੇ ਕੱਢ ਕੇ ਦੇਖ ਲਓ, ਉਹੀ ਉਹਨਾਂ ਦੇ ਬੈਸਟ ਗਾਣੇ ਨੇ। ਬੈਸਟ ਮੈਂ ਤਾਂ ਹੀ ਪੁੱਛਿਆ ਨਾ ਉਹ ਟਾਈਮ, ਕਿਉਂਕਿ ਉਦੋਂ ਗਾਣੇ ਸਾਰੇ ਬਣੇ ਵੀ ਇਦਾਂ ਦੇ। ਬਿਲਕੁਲ, ਔਰ ਮਾਰਕੀਟ ਇੰਨੀ ਕੁ ਜ਼ਿਆਦਾ ਬਿਜ਼ੀ ਸੀ ਕਿ ਲੋਕ ਹੁੰਦੇ ਸੀ ਉਹਦਾ ਵੀ ਵਧੀਆ ਆਇਆ। ਔਰ ਕੋਈ ਐਸਾ ਸਿੰਗਰ ਨਹੀਂ ਸੀ ਜਿਹਦਾ ਉਸ ਦੌਰਾਨ ਕੋਈ ਫਲॉप ਹੋਇਆ ਹੋਵੇ, ਸਾਰਿਆਂ ਦੇ ਹਿੱਟ ਸੌਂਗਸ ਸੀਗੇ, ਸਭ ਦੇ। ਫਿਰ ਮਾਹੌਲ ਖਰਾਬ ਕਿੱਥੋਂ ਹੋਇਆ ਤੁਹਾਨੂੰ ਕੀ ਲੱਗਦਾ? ਹੁਣ ਤੁਹਾਨੂੰ ਤੁਸੀਂ ਉਹ ਵਾਲੇ ਗਾਣੇ ਜ਼ਿਆਦਾ ਸੁਣਦੇ ਹੋ ਕਿ ਚਲੋ ਅੱਜ ਦੇ ਵੀ ਤਾਂ ਸੁਣਦੇ ਹੀ ਹੋਵੋਗੇ? ਸਿੰਸੈਰਿਟੀ ਕਹਿ ਰਹੀ ਹਾਂ ਕਿ ਉਸ ਵੇਲੇ ਸਾਰੇ ਇੱਕ ਸੀਗੇ। ਹੁਣ ਮਾੜਾ ਜਿਹਾ ਮੌਕਾ ਨਹੀਂ ਛੱਡਦੇ ਕਿ ਇਹਦਾ ਕੁਝ ਨੈਗੇਟਿਵ ਮਿਲਿਆ ਤੈਨੂੰ। ਮੈਂ ਉਹੀ ਕਹਿ ਰਹੀ ਨਾ, 10 ਜਾਣਿਆਂ 'ਚ ਸੋਚਦੇ ਇੱਕ ਨੂੰ ਕੱਢਾਂਗੇ 9 ਬਚਣਗੇ। ਸੋ ਉਸ ਵੇਲੇ ਸਾਰੇ ਇਕੱਠੇ ਹੁੰਦੇ ਸੀ ਆਪਾਂ। ਉਸ ਵੇਲੇ ਮੈਨੂੰ ਯਾਦ ਆ ਐਡਾਂ ਇੱਕ ਗਾਣੇ 'ਚ 3 ਸਿੰਗਰਾਂ ਨੇ ਸ਼ੂਟ ਕੀਤੀਆਂ ਨੇ। ਬੜੇ ਜਾਣੇ ਉਸ ਵੇਲੇ ਇੱਕੋ ਪ੍ਰੋਜੈਕਟ ਦੇ ਵਿੱਚ ਇੱਕ ਦੂਜੇ ਨੂੰ ਸਪੋਰਟ ਕਰਦੇ ਸੀਗੇ। ਹਾਂ, ਇਹ ਚੀਜ਼ ਮੈਨੂੰ ਫਿਲਮ ਇੰਡਸਟਰੀ ਦੀ ਬੜੀ ਵਧੀਆ ਲੱਗਦੀ ਆ ਕਿ ਉਹ ਸਾਰੇ ਜਾਣੇ ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਕੁੜੀਆਂ ਨੂੰ ਕਰਦੇ ਨੇ, ਇੱਕ ਦੂਜੇ ਲਈ ਖੜ ਜਾਂਦੇ ਆ। ਬਟ ਉਹੀ ਕੁਛ ਇੱਧਰ ਹੋ ਜਾਵੇ ਤਾਂ ਇੱਧਰ ਨਾਲ ਦੀ ਨਾਲ ਕਹਿੰਦੇ ਆ ਜਾਓ। ਅਜੇ ਮਾਨਸ਼ੀ, ਤੁਹਾਨੂੰ ਕੀ ਲੱਗਦਾ ਕਿ ਹੁਣ ਇੰਡਸਟਰੀ ਦੇ ਵਿੱਚ ਓਨਲੀ ਟੈਲੈਂਟ ਜ਼ਰੂਰੀ ਹੈ ਜਾਂ ਰੈਫਰੈਂਸ ਨਾਲ ਕੰਮ ਚੱਲ ਜਾਏਗਾ? ਪੰਜਾਬੀ ਇੰਡਸਟਰੀ ਦੀ ਇੱਕ ਗੱਲ ਬਹੁਤ ਵਧੀਆ ਹੈ, ਇੱਥੇ ਰੈਫਰੈਂਸ ਨਹੀਂ ਚੱਲਦਾ। ਜੇ ਰੈਫਰੈਂਸ ਦੇ ਤਾਂ ਫਿਰ ਤੋਂ ਜਮੇ ਹੀ ਨਹੀਂ ਚੱਲੇਗਾ। ਸੱਚੀ? ਹਾਂ, ਬਿਲਕੁਲ, ਰੈਫਰੈਂਸ ਦੇ ਬੇਸਿਸ ਤੇ ਨਹੀਂ ਹੈਗਾ। ਕਿਉਂਕਿ ਜੇ ਇੱਦਾਂ ਹੁੰਦਾ ਤੇ ਆਪਣੇ ਬਹੁਤ ਪੁਰਾਣੇ ਜਿੰਨੇ ਵੀ ਲੈਜੈਂਡਰੀ ਸਿੰਗਰਸ ਉਹਨਾਂ ਦੇ ਸਭ ਦੇ ਬੇਟੀਆਂ ਸਕਸੈਸਫੁਲ ਹੁੰਦੇ। ਸੋ ਇੱਥੇ ਜ਼ਿਆਦਾਤਰ ਨਵਾਂ ਟੈਲੈਂਟ ਆਉਂਦਾ ਹੈ ਤੇ ਉਹ ਚੀਜ਼ ਬਹੁਤ ਵਧੀਆ। ਔਰ ਸਭ ਦੀ ਦੁਕਾਨ ਆਪਣੀ ਆਪਣੀ ਚੱਲ ਰਹੀ ਹੈ, ਕੋਈ ਕਿਸੇ ਦੇ ਸਿਰ ਤੇ ਨਹੀਂ ਚੱਲ ਰਹੀ। ਇਹ ਵੀ ਬਹੁਤ ਵਧੀਆ ਆ। ਤਾਂ ਹੀ ਫਿਰ ਸਾਰੇ ਲੜਦੇ ਵੀ ਹੈ ਵੀ ਤੇਰੇ ਕਰਕੇ ਥੋੜੀ ਘੱਟ ਚੱਲਦਾ। ਸੋ ਇਹ ਬੁਰੀ ਗੱਲ ਆ ਤੇ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ। ਇਹ ਜਿਹੜੇ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਕਰਦੇ ਨੇ, ਤੂੰ ਇਦਾਂ ਕਿਉਂ, ਤੂੰ ਇਦਾਂ ਕਿਉਂ, ਇਦਾਂ ਕਿਉਂ, ਮੈਨੂੰ ਲੱਗਦਾ ਉਹਨਾਂ ਦੇ ਨਾਲੋਂ ਜ਼ਿਆਦਾ ਲੋਕੀ ਜ਼ਿਆਦਾ ਲੜਦੇ ਨੇ ਉਹਨਾਂ ਦੇ ਪਿੱਛੇ, ਉਹਨਾਂ ਦੇ ਜਿਹੜੇ ਫੈਨਸ ਨੇ। ਆਈ ਡੋਂਟ ਨੋ, ਮੇਰੇ ਵਾਲੇ ਕੇਸ ਤੋਂ ਬਾਅਦ ਤਾਂ ਮੈਂ ਉਸ ਤੋਂ ਬਾਅਦ ਨੋਟਿਸ ਕਰਨਾ ਹੀ ਬੰਦ ਕਰਤਾ। ਕਿਉਂਕਿ ਫਿਰ ਮੇਰਾ ਦਿਲ ਹੀ ਨਹੀਂ ਕਰਦਾ ਸੀ ਖੋਲ ਕੇ ਦੇਖੋ, ਹਰੇਕ ਹੀ ਲੜੀ ਜਾਂਦੇ ਨੇ, ਹਰੇਕ ਹੀ ਗਲਤ ਫਹਿਮੀ ਹੋ ਗਈ ਨਾ ਕਿ ਵੀ ਜੇ ਇੱਕ ਨੂੰ, ਹੁਣ ਉਹਨਾਂ ਨੇ ਦੇਖ ਲਿਆ 2 ਕੁੜੀਆਂ ਲੜੀਆਂ ਜੋ ਇਤਫਾਕ ਨਾਲ ਕੰਮ ਵਧਿਆ। ਸੋ ਉਹਦੇ ਲਈ ਵੀ ਕਮੈਂਡੇਬਲ ਸੀਗਾ ਕਿ ਉਹਨੇ ਉਸ ਚੀਜ਼ ਨੂੰ ਕਿਵੇਂ ਉੱਥੇ ਤੱਕ ਲੈ ਆਂਦਾ। ਮੇਰੇ ਲਈ ਵੀ ਬਹੁਤ ਟਫ ਸੀਗਾ ਕਿ ਅਸੀਂ, ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕਿਸੇ ਨੂੰ ਉੱਦਾਂ ਹੀ ਕਰਕੇ ਫਾਇਦਾ ਹੋਊਗਾ। ਉਹ ਤਾਂ ਸਾਡੀ ਕਿਸਮਤ 'ਚ ਲਿਖਿਆ ਸੀਗਾ। ਉਹਨੇ ਉਸ ਚੀਜ਼ ਦਾ ਕਮਾਇਆ, ਮੈਂ ਕਮਾਇਆ, ਅਸੀਂ ਡਿਫਰੈਂਟ ਪਰਸਨੈਲਿਟੀਜ਼ ਆ। ਮੈਂ ਵਾਪਸ ਪੰਜਾਬ ਆ ਗਈ, ਉਹ ਬੰਬੇ ਰਹਿ ਗਈ। ਸੋ ਉਹਦੀ ਕਿਸਮਤ ਦਾ ਰਹਿ ਗਿਆ ਕਿ ਉਹਨੇ ਹੁਣ ਮੇਨਟੇਨ ਕਿਵੇਂ ਕਰਨਾ। ਹੁਣ ਉਹਨੇ ਅਰਨ ਕਰ ਲਿਆ ਲੇਕਿਨ ਮੇਨਟੇਨ ਕਿਵੇਂ ਕਰਨਾ, ਇੱਥੇ ਪਤਾ ਹੀ ਨਹੀਂ। ਉਸ ਤੋਂ ਬਾਅਦ ਦੇ ਪਲਾਨਸ ਕੀ ਆ ਜਾਂ ਤੁਸੀਂ ਕੀ ਸੋਚ ਰਹੇ ਹੋ ਜਾਂ ਕਿਵੇਂ ਉਹ ਕਰਨਾ। ਅੱਛਾ, ਹੁਣ ਤੱਕ ਦੇ ਲਾਈਫ ਦੇ ਵਿੱਚ ਤੁਹਾਡੇ ਲਈ ਸਭ ਐਜ਼ ਐਨ ਆਰਟਿਸਟ, ਕੰਮ ਦੇ ਪੱਖੋਂ ਪੁੱਛ ਰਹੀ ਹਾਂ, ਚੈਲੰਜਿੰਗ ਕੀ ਸੀਗਾ ਸਭ ਤੋਂ? ਜਾਂ ਤੁਹਾਨੂੰ ਲੱਗਦਾ ਹੈ ਕਿ ਜੇ ਤੁਹਾਡੇ ਕੁਝ ਪਲਾਨਸ ਹੋਣਗੇ ਫॉर ਫਿਊਚਰ ਕੰਮ ਕਰਨ ਵਾਸਤੇ ਨਾ, ਕਿ ਯਾਰ ਆਹ ਚੀਜ਼ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਚੈਲੰਜਿੰਗ ਹੋ ਸਕਦੀ ਹੈ ਜਾਂ ਰਹੀ ਹੋਵੇ ਜਾਂ ਹੋ ਸਕਦੀ ਹੈ? ਪਹਿਲੇ ਤਾਂ ਆਪਣੀ ਇੰਡੀਵਿਜੂਅਲਿਟੀ ਪ੍ਰੂਵ ਕਰਨੀ ਕਿ ਸਾਡੀ ਵੀ ਇੱਕ ਅਲੱਗ ਤੋਂ ਕੌਮ ਬਣ ਸਕਦੀ ਹੈ ਜੋ ਗਾਣਿਆਂ 'ਚ ਫੀਚਰ ਕਰਦੀਆਂ ਆ। ਹਾਂ, ਰਾਈਟ। ਤੋ ਆਈ ਥਿੰਕ ਆਈ ਡਿਜ਼ਰਵ ਸਮ ਰਿਸਪੈਕਟ ਫਰੋਮ ਨਵੀਆਂ ਕੁੜੀਆਂ, ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਤਾਂ ਹੀ ਉਹਨਾਂ ਦੇ ਰਾਹ ਖੁੱਲੇ। ਰਾਈਟ, ਠੀਕ ਹੈ। ਸੋ ਮੈਨੂੰ ਉਸ ਵਕਤ ਸ਼ਨਾਜ਼ ਕੋਲ ਉਹ ਚੀਜ਼ ਬੁਰੀ ਲੱਗੀ ਕਿ ਆਈ ਥਿੰਕ ਉਹ ਚੀਜ਼ ਓਬਵੀਅਸਲੀ ਨੀਰੂ ਬਾਜਵਾ ਇਜ਼ ਅ ਫੀਮੇਲ ਆਰਟਿਸਟ ਜਿਹਦੇ ਇਕੱਲੀ ਦੇ ਨਾਂ 'ਤੇ ਆਡੀਅנס ਆਉਂਦੀ ਹੈ। ਮੇਲ ਆਰਟਿਸਟ ਦੀ ਲੋੜ ਨਹੀਂ ਹੈ ਉਹਨਾਂ ਨੂੰ। ਸੋ ਮੈਂ ਕੱਲ੍ਹ ਨੂੰ ਜਦੋਂ ਐਕਟਰੈਸ ਬਣੂੰਗੀ ਤਾਂ ਮੈਂ ਰਿਸਪੈਕਟ ਕਰੂੰਗੀ ਕਿ ਮੈਂ ਉਹੇ ਜਿਹੀ ਬਣਨਾ ਆ। ਠੀਕ ਹੈ, ਲੇਕਿਨ ਉਸ ਵਕਤ ਫਿਲਮਾਂ ਨਹੀਂ ਸੀ ਬਣਦੀਆਂ। ਇਹ ਸਟਰਗਲ ਤਾਂ ਉਹਨਾਂ ਨੂੰ ਪਤਾ, ਸਾਡੇ ਲਈ ਤਾਂ ਰਾਹ ਸੌਖੇ ਕਰਤੇ, ਫਿਲਮਾਂ ਸਾਡੇ ਤੱਕ ਪਹੁੰਚਦੀਆਂ ਹੋ ਗਈਆਂ। ਸੋ ਉਹਦੇ ਅਕੋਰਡਿੰਗ ਮਤਲਬ ਮੈਨੂੰ ਆਪਣੀ ਇੰਡੀਵਿਜੂਅਲਿਟੀ ਪ੍ਰੂਵ ਕਰਨੀ ਬੜੀ ਔਖੀ ਲੱਗੀ। ਔਰ ਉਸ ਤੋਂ ਬਾਅਦ ਫਿਰ ਹੋਰ ਵੀ ਦੁੱਖ ਲੱਗਿਆ ਕਿ ਉਹੀ ਸੇਮ ਫੀਲਡ ਦੀਆਂ ਕੁੜੀਆਂ ਆ ਕੇ ਜਦੋਂ ਤੁਹਾਨੂੰ ਅਬਿਊਜ਼ ਕਰਦੀਆਂ ਨੇ ਤੇ ਇਟਸ ਓਕੇ। ਅੱਛਾ, ਅੱਜ ਦੇ ਵੀ ਤੁਸੀਂ ਗਾਣੇ ਸੁਣਦੇ ਹੋਗੇ ਸਾਰੇ ਆਪਣੇ ਜਿਹੜੇ ਹੁਣ ਨਵੇਂ ਮੁੰਡੇ ਆਏ ਨੇ ਐਜ਼ ਅ ਸਿੰਗਰ। ਜੇ ਤੁਸੀਂ ਹੁਣ ਕਿਸੇ ਨਾਲ ਫੀਚਰ ਕਰਨਾ ਚਾਹੋਗੇ, ਕਿਹੜੇ ਗਾਣੇ 'ਚ ਕਰਨਾ ਚਾਹੋਗੇ? ਹੁਣ ਮੈਂ ਕਾਫੀ ਨਵੇਂ ਨਾਲ ਕੰਮ ਕਰਦੀ ਹਾਂ, ਐਦਾਂ ਤਾਂ ਨਹੀਂ ਹੈ ਮੈਨੂੰ। ਜਿਹੜੇ ਹੁਣ ਰੀਸੈਂਟ ਆਏ ਨੇ, ਲਾਈਕ ਜਿੱਦਾਂ ਤੁਸੀਂ ਹੁਣ ਆਪਣਾ ਉੱਥੇ ਥੋੜੇ ਜਿਹੇ ਦੂਸਰੇ ਆਪਣੇ ਬਿਜ਼ੀ ਸੀ ਪੰਜਾਬੀ ਐਜ਼ ਅ ਪੰਜਾਬੀਆਂ ਦੇ ਵਿੱਚ ਨਵੇਂ ਜਿਹੜੇ ਆਏ ਆ, ਦੱਸ ਦਿਓ। ਤੁਹਾਨੂੰ ਪਤਾ ਹੈ, ਮੈਨੂੰ ਪਤਾ।
ਸੀ ਮੈਂ ਸੱਚੀ ਦੱਸਾਂ, ਮੈਨੂੰ ਓਨੈਸਟਲੀ ਮੈਂ ਐਵੇਂ ਝੂਠ ਕਹਾਂ, ਮੈਨੂੰ ਨਹੀਂ ਪਤਾ। ਤੁਹਾਨੂੰ ਸਭ ਪਤਾ? ਮੈਨੂੰ ਨਹੀਂ, ਆਈ ਸਵੇਅਰ ਮੈਨੂੰ ਨਹੀਂ ਪਤਾ। ਮੈਂ ਉਹੀ ਤੁਹਾਨੂੰ ਕਿਹਾ ਨਾ ਕਿ ਨਵੀਂ ਇੰਡਸਟਰੀ ਦੇਖੋ ਇਸ ਵਕਤ ਨੁਕਸਾਨ ਕੀ ਹੋ ਰਿਹਾ। ਕਿਹੜੇ, ਅੱਛਾ ਚਲੋ ਛੱਡੋ, ਤੁਸੀਂ ਛੱਡੋ, ਕਿਹੜੇ ਸਿੰਗਰ ਤੁਹਾਨੂੰ ਹੁਣ ਨਵੇਂ ਕਹਿੰਦੇ ਨੇ ਕਿ ਹਿਮਾਂਸ਼ੀ ਪਲੀਜ਼ ਸਾਡੇ ਨਾਲ ਫੀਚਰ ਕਰ? ਬਹੁਤ ਸਾਰੇ ਹੈਗੇ ਆ। ਮੈਂ ਸਿਮਰਨ ਦਾ ਗਾਣਾ ਕੀਤਾ ਹੈ, ਨਜ਼ਰਾਂ। ਸੋ ਅਗਰ ਵੌਇਸ ਵਾਈਜ਼ ਦੇਖਿਆ ਜਾਵੇ ਕੋਈ ਮੈਚ ਹੀ ਨਹੀਂ ਹੈਗਾ ਇਸ ਵਕਤ, ਜਿੰਨੀ ਫੀਮੇਲ ਆਰਟਿਸਟ ਹੈਗੀਆਂ। ਸੋ ਮੈਂ ਬਿਲਕੁਲ ਕੀਤਾ। ਹਾਂ, ਸੋਹਣਾ ਗਾਣਾ ਮੈਂ ਸੁਣਿਆ। ਉਹਦੇ ਚ ਬਜਟ 'ਚ ਵੀ ਮੈਂ ਐਡਜਸਟ ਕੀਤਾ ਬਿਕਾਜ਼ ਮੈਨੂੰ ਪਰਸਨਲੀ ਗਾਣਾ ਪਸੰਦ ਸੀਗਾ। ਤਾਂ ਇਦਾਂ ਨਹੀਂ ਹੈਗਾ ਕਿ ਇਸ ਇੱਕ ਟਾਈਮ ਸੀਗਾ ਜਦੋਂ ਹਿਮਾਂਸ਼ੀ ਕਹਿੰਦੀ ਸੀ ਕਿ ਮੈਂ ਆ ਸਿੰਗਰ ਨਾਲ ਕੰਮ ਕਰੂੰਗੀ ਤੇ ਮੇਰਾ ਅਹੁਦਾ ਵਧੇਗਾ। ਹੁਣ ਅਗਰ ਮੇਰੇ ਨਾਲ ਕਿਸੇ ਨੂੰ ਫਾਇਦਾ ਹੋ ਸਕਦਾ ਫਿਰ ਮੈਂ ਹੁਣ ਉੱਦਾਂ ਕਰ ਰਹੀ ਹਾਂ। ਦੈਟਸ ਗੁੱਡ। ਓਕੇ, ਅੱਛਾ ਹੁਣ ਮੇਰਾ ਜਿਹੜਾ ਸਵਾਲ ਹੈ, ਵੈਸੇ ਤਾਂ ਆਪਾਂ ਨੂੰ ਪਹਿਲਾਂ ਇਹਦੇ ਬਾਰੇ ਬਹੁਤ ਗੱਲਾਂ ਕਰ ਚੁੱਕੇ ਹਾਂ, ਫਿਰ ਥੋੜਾ ਜਿਹਾ ਆਈ ਥਿੰਕ ਤੁਹਾਨੂੰ ਇਮੋਸ਼ਨਲ ਲੱਗੇਗਾ। ਵਟ ਡੂ ਯੂ ਥਿੰਕ ਅਬਾਊਟ ਲਵ? ਪਹਿਲੀ ਤੱਕਣੀ ਦੇ ਪਿਆਰ 'ਚ ਵਿਸ਼ਵਾਸ ਰੱਖਦੇ ਹੋ? ਲਾਈਕ ਯੈਸ ਸਟਿਲ, ਕਿਉਂਕਿ ਮੈਂ ਕਦੇ ਹੋਪ ਨਹੀਂ ਛੱਡਦੀ। ਫੋਰ ਐਗਜ਼ਾਮਪਲ ਲਾਈਕ ਕਦੇ ਕਦੇ ਮੇਰੇ ਮੰਮੀ ਡੈਡੀ ਦੀ ਲੜਾਈ ਹੋ ਜਾਂਦੀ ਸੀ। ਸੋ ਮੈਂ ਬਹੁਤ ਸੈਂਸਿਟਿਵ ਰਹੀ ਹਾਂ, ਬਹੁਤ ਜ਼ਿਆਦਾ। ਮੈਂ ਸਟ੍ਰੈਸ ਲੈ ਜਾਂਦੀ ਸੀ ਤੇ ਬਟ ਮੈਂ ਕਦੇ ਵਿਆਹ 'ਚ ਬਿਲੀਵ ਨਹੀਂ ਛੱਡਿਆ। ਨਹੀਂ, ਜਦੋਂ ਆਪਣੇ ਪੰਜਾਬੀ ਘਰਾਂ 'ਚ ਮਦਰ ਫਾਦਰ ਦੀ ਲੜਾਈ ਹੋ ਜਾਂਦੀ ਹੈ ਜਾਂ ਕੁਛ ਹੈ, ਜਾਂ ਆਪਣੇ ਵਿਆਹ ਨਾ ਅੰਡਰਸਟੈਂਡਿੰਗ ਵਾਲੇ ਨਹੀਂ ਚੱਲਦੇ, ਜ਼ਿਆਦਾ ਇਹ ਚੱਲਦੇ ਆ ਕਿ ਵਿਆਹ ਹੋ ਗਿਆ ਤੇ ਜੀ ਨਿਭਾਉਣਾ ਹੈ ਹੁਣ। ਸੋ ਮੈਨੂੰ ਇਹ ਹੁੰਦਾ ਸੀਗਾ ਕਿ ਯਾਰ ਨਹੀਂ, ਮੇਰਾ ਵਿਆਹ ਸਕਸੈਸਫੁਲ ਹੋਊਗਾ। ਮੈਨੂੰ ਉਹ ਹੋ ਸਕਦਾ ਮੈਂ ਨੈਗੇਟਿਵ ਹੋ ਸਕਦੀ ਕਿ ਯਾਰ ਮੈਂ ਤਾਂ ਲੜਾਈ ਕਰ ਦੇਖੀਆਂ ਨੇ, ਸੋ ਮੈਂ ਨਹੀਂ ਕਰਾਉਣਾ ਵਿਆਹ, ਮੈਂ ਤਾਂ ਜੀ ਉਹ ਕਰਨਾ। ਸੋ ਮੈਂ ਹਲੇ ਵੀ ਹੋਪ ਨਹੀਂ ਛੱਡਦੀ ਹੈਗੀ। ਹੋਪ ਇਜ਼ ਲਾਈਕ ਕਿ ਮੈਂ ਵੀ ਸੋਚਾਂ ਕਿ ਯਾਰ ਇੱਕ ਐਕਸਪੀਰੀਅੰਸ ਦੇਖ ਕੇ ਹੋ ਸਕਦਾ ਮੇਰੀ ਲਾਈਫ ਦਾ ਕੁਝ ਹੋਰ ਐਕਸਪੀਰੀਅੰਸ ਬਣੇ। ਬੁਰਾ ਵੀ ਹੋ ਸਕਦਾ, ਚੰਗਾ ਵੀ ਹੋ ਸਕਦਾ। ਸੋ ਜੇ ਮੇਰੇ ਨਾਲ ਕੁਝ ਗਲਤ ਕਰ ਜਾਂਦਾ ਫਿਰ ਮੈਂ ਫਿਰ ਵੀ ਹੋਪ ਨਹੀਂ ਛੱਡਦੀ, ਕਿਉਂਕਿ ਜੇ ਕੋਈ ਨੈਕਸਟ ਆਇਆ ਤੇ ਮੈਂ ਪਿਛਲੇ ਵਾਲੇ ਦਾ ਗੁੱਸਾ ਅਗਲੇ ਤੇ ਕੱਢ ਦਵਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਫਾਇਦਾ ਨਹੀਂ ਔਰ ਮਤਲਬ ਹੀ ਨਹੀਂ ਬਣਦਾ। ਬਿਲਕੁਲ ਬਿਲਕੁਲ। ਔਰ ਉਸ ਵਕਤ ਮਿਲ ਵੀ ਸਹੀ ਜਾਂਦਾ ਹੁੰਦਾ ਜਦ ਤੁਸੀਂ ਗੁੱਸਾ ਕੱਢਦੇ ਹੋ। ਰਾਈਟ, ਬਿਲਕੁਲ ਸਹੀ ਆ। ਅੱਛਾ, ਛੋਟੇ ਹੁੰਦੇ ਤੁਹਾਡੀ ਕਦੀ ਕੋਈ ਇਹੋ ਜਿਹੀ ਚੀਜ਼ ਖਰੀਦਣ ਦੀ ਖੁਆਇਸ਼ ਰਹੀ ਹੈ ਜੋ ਪੂਰੀ ਹੋ ਗਈ? ਹਾਂ, ਕਾਫੀ ਚੀਜ਼ਾਂ ਸੀਗੀਆਂ। ਕਾਰ ਸੀਗੀ ਮੇਰੀ, ਕਿ ਮੈਂ ਵੱਡੇ ਲੋਗੋ ਵਾਲੀ ਕਾਰ ਲੈਣੀ ਆ। ਸੋ ਉਹ ਵੀ ਲਈ ਸੀ ਐਂਡ ਘਰ ਦੀ ਸੀਗੀ। ਔਰ ਮੈਨੂੰ ਇਹ ਸੀਗਾ ਕਿ ਮੈਂ ਸਭ ਕੁਝ ਖੁਦ ਕਰਾਂ, ਕਿ ਪ੍ਰਾਊਡ ਫੀਲ ਹੋਵੇ। ਇਹ ਵਾਲੀ ਹੁੰਦੀ ਖੁਆਇਸ਼ ਹੈ ਕਿ ਛੋਟੇ ਹੁੰਦਿਆਂ ਸੀਗੀ? ਛੋਟੇ ਹੁੰਦਿਆਂ ਹੀ ਸੀਗੀ ਕਿ ਮੈਨੂੰ ਇਹ ਸੀਗਾ ਕਿ ਮੇਰੀ ਬੜੀ ਅਜੀਬ ਖੁਆਇਸ਼ਾਂ ਰਹੀਆਂ ਨੇ। ਮੈਂ ਆਪਣਾ ਕਿ ਮੈਨੂੰ ਸੁੱਤੀ ਪਈ ਨੂੰ ਕਈ ਵਾਰ ਸੁਪਨੇ ਆਉਂਦੇ ਸੀਗੇ ਕਿ ਮੈਂ ਆਪਣੇ ਫਲੈਟ 'ਚ ਐਂਟਰ ਕਰ ਰਹੀ ਹਾਂ, ਸਾਈਡ 'ਤੇ ਕੀਜ਼ ਰੱਖ ਰਹੀ ਹਾਂ। ਮੈਨੂੰ ਇੱਦਾਂ ਦੇ ਸੁਪਨੇ ਆਉਂਦੇ ਸੀ ਕਿ ਮੇਰਾ ਖੁਦ ਦਾ ਸਜਾਇਆ ਹੋਇਆ ਫਲੈਟ ਹੋਊਗਾ, ਅਪਾਰਟਮੈਂਟ ਹੋਏਗਾ, ਇੱਕ ਇੰਡੀਪੈਂਡੈਂਟ ਵੂਮਨ ਵਾਲੀ ਲਾਈਫ ਹੋਏਗੀ ਜਿਹੜੀ ਮੈਂ ਮੈਨੇਜ ਕਰਾਂ। ਔਰ ਜਦੋਂ ਮੈਂ ਤਿਆਰ ਹੋ ਕੇ ਗੱਡੀ 'ਚ ਜਾਵਾਂ, ਦੈਟਸ ਵਾਈ ਮੈਂ ਆਪਣੀ ਕਾਰ ਹੁਣ ਵੀ ਡਰਾਈਵ ਕਰਦੀ, ਮੈਨੂੰ ਮਜ਼ਾ ਆਉਂਦਾ। ਸੋ ਕਾਰ ਖਰੀਦਣੀ ਔਰ ਸੋ ਪੂਰੀਆਂ ਹੋ ਗਈਆਂ ਸਾਰੀਆਂ। ਪੂਰੀਆਂ ਹੋ ਗਈਆਂ। ਹੋਰ ਇਹੋ ਜਿਹੀ ਕੋਈ ਖੁਆਇਸ਼ ਹੈਗੀ ਜਿਹੜੀ ਹੱਲੇ ਵੀ ਤੁਹਾਨੂੰ ਲੱਗਦਾ ਕਿ ਇਹ ਮੇਰੀ ਪੂਰੀ ਹੋਣੀ ਬਾਕੀ ਆ ਹੱਲੇ? ਨਹੀਂ, ਉੱਦਾਂ ਦੀ ਨਹੀਂ ਵੀ ਜਿਹਦੇ ਪਿੱਛੇ ਲੋਕ ਭੱਜਦੇ ਆ। ਬਟ ਯੈਸ, ਮੈਂ ਜਦੋਂ ਛੋਟੀ ਸੀਗੀ ਉਦੋਂ ਮੈਂ ਡੋਲਸ ਵਾਸਤੇ ਮੈਨੂੰ ਬੜਾ ਹੁੰਦਾ ਸੀ ਕਿ ਮੈਨੂੰ ਕੋਈ ਦੂਜਾ ਗਿਫਟ ਕਰੇ। ਅੱਛਾ, ਕਿ ਮੈਨੂੰ ਕੋਈ ਡੋਲ ਗਿਫਟ ਕਰੇ, ਹੈ ਨਾ, ਕਿ ਮੈਨੂੰ ਡੋਲ ਚਾਹੀਦੀ ਆ। ਸੋ ਮੈਂ ਉਸ ਵਕਤ ਖਰੀਦ ਨਹੀਂ ਸੀ ਪਾਈ, ਨਾ ਮੇਰੇ ਪੈਰੈਂਟਸ ਲੈ ਕੇ ਦੇ ਪਾਏ ਮੈਨੂੰ। ਕੁਝ ਡਾਊਨਫਾਲ ਆਇਆ ਫੈਮਿਲੀ ਦਾ। ਤੇ ਜਦੋਂ ਮੇਰੇ ਰਿਸ਼ਤੇਦਾਰਾਂ ਦੇ ਬਾਹਰੋਂ ਆਉਂਦੇ ਸੀ, ਉਹ NRI ਸੀਗੇ, ਤਾਂ ਜੇ ਹੱਥ ਵੀ ਲਾ ਲੈਣਾ ਉਹਨਾਂ ਨੇ ਖੋਹ ਲੈਣੀ ਗੁੱਡੀ। ਸੋ ਮੈਨੂੰ ਖੁੰਦਕ ਚੜ੍ਹ ਗਈ। ਮੈਂ ਹਮੇਸ਼ਾ ਇੱਕ ਖੁੰਦਕ ਦੇ ਤੌਰ 'ਤੇ ਲਈ ਹੈ ਚੀਜ਼ ਕਿ ਮੈਂ ਹੁਣੇ ਕਿਸੇ ਦਾ ਨੁਕਸਾਨ ਕੀਤੇ ਬਿਨਾਂ ਵੀ ਬਟ ਮੈਂ ਆਹ ਚੀਜ਼ ਹੁਣ ਪੂਰੀ ਕਰਨੀ ਹੈ। ਬਟ ਇੱਕ ਵਾਰ ਮੈਨੂੰ ਯਾਦ ਆ, ਮੈਂ ਏਅਰਪੋਰਟ 'ਤੇ ਖੜੀ ਸੀ ਔਰ ਡਿਜ਼ਨੀ ਦਾ ਸਟੋਰ ਸੀਗਾ। ਸੋ ਆਈ ਥਿੰਕ ਮੇਰੇ ਨਾਲ ਅਸੀਂ BCL ਖੇਡਣ ਗਏ ਸੀਗੇ। ਆਈ ਥਿੰਕ ਸੁੱਖੀ ਮਿਊਜ਼ੀਕਲ ਡਾਕਟਰ, ਉਹ ਏਅਰਪੋਰਟ 'ਤੇ ਅਸੀਂ ਇਕੱਠੇ ਫਲਾਈਟ ਚੜ੍ਹੇ ਸੀ ਸਾਰੇ, ਅੰਮ੍ਰਿਤ ਮਾਨ ਔਰ ਸਾਰੇ। ਉਸ ਵਕਤ ਮੇਰਾ ਰੋਣਾ ਨਿਕਲ ਗਿਆ ਕਿ ਮੇਰੇ ਬੈਗ 'ਚ 50,000 ਕੈਸ਼ ਪਿਆ ਬਟ ਮੈਂ ਗੁੱਡੀ ਲੈ ਨਹੀਂ ਸਕਦੀ ਕਿਉਂਕਿ ਮੈਂ ਖੁਦ ਤਾਂ ਲੈਣੀ ਨਹੀਂ ਸੀਗੀ। ਕੋਈ ਗਿਫਟ ਕਰਦਾ। ਸੋ ਬਟ ਫਿਰ ਮੈਂ ਆਪਣੀ ਮੇਰੀ ਗਵਾਂਢਣ ਹੈ, ਉਹਨਾਂ ਦੀ ਛੋਟੀ ਬੇਟੀ ਆ, ਫਿਰ ਮੈਂ ਉਹਦੇ ਵਾਸਤੇ ਲੈ ਕੇ ਗਈ ਵਧੀਆ ਵਾਲੀ। ਕੀ ਬਾਤ ਹੈ। ਕਹਿੰਦੇ ਨੇ ਟਾਈਮ ਕੈਨ ਟਰਨ ਐਟ ਐਨੀ ਟਾਈਮ। ਸੋ ਬੀ ਪੋਜ਼ਿਟਿਵ ਆਲਵੇਜ਼। ਸੋ ਤੁਹਾਡੇ ਕੋਲੋਂ ਇਹ ਵਾਈਬਸ ਆਉਂਦੀਆਂ ਨੇ ਮੈਨੂੰ ਕਿ ਜਿੰਨੀਆਂ ਵੀ ਗੱਲਾਂ ਆਪਾਂ ਹੁਣ ਤੱਕ ਕੀਤੀਆਂ ਨੇ ਉਹਦੇ 'ਚ ਹਰ ਐਟ ਦਾ ਐਂਡ ਸਵਾਲ ਦੇ ਵਿੱਚ ਜਾਂ ਜਵਾਬ ਦੇ ਵਿੱਚ ਪੋਜ਼ਿਟਿਵਿਟੀ ਆ। ਰਾਈਟ, ਥੈਂਕ ਯੂ ਸੋ ਮਚ। ਤੇ ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਹੋਰ
ਘੰਟਾ ਗੱਲਾਂ ਕਰ ਲਈ ਤੇ ਮੁੱਕਣੀਆਂ ਨਹੀਂ, ਉਹ ਕਹਿੰਦੇ ਮੁੱਕਣੀਆਂ ਨਾ ਜੀ ਨਹੀਂ, ਟਾਕ ਹਾਂ, ਨਹੀਂ ਮੁੱਕਣੀਆਂ ਨਹੀਂ, ਹੈਗੀਆਂ। right. ਪਰ ਚਲੋ ਇੱਕ ਐਂਡ ਦੇ ਵਿੱਚ ਨਾ ਆਪਾਂ ਇੱਕ ਕੋਟ ਰੱਖਿਆ ਹੋਇਆ, ਓਕੇ ਕਿਉਂਕਿ ਜਿਹੜਾ ਵੀ ਆਰਟਿਸਟ ਆਉਂਦਾ ਅਸੀਂ ਉਹਨਾਂ ਕੋਲੋਂ ਨਾ ਉਹਨਾਂ ਦਾ ਲਾਈਫ ਕੋਟ ਲੈਂਦੇ ਆ Okay. ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚੱਲਦੇ ਹੋ ਜਾਂ ਚੱਲ ਰਹੇ ਹੋ, ਠੀਕ ਹੈ, ਤੇ ਤੁਸੀਂ ਵੀ ਆਪਣੀ ਇੱਕ ਜ਼ਿੰਦਗੀ ਦਾ ਲਾਈਫ ਕੋਟ ਲਿਖਣਾ ਸਾਨੂੰ, ਓਕੇ ਠੀਕ ਹੈ। ਫਿਰ ਲਾਈਫ ਕੋਟ ਠੀਕ ਹੈ। ਚਲੋ ਐਲ ਹੁਣ ਇਹਨੂੰ ਪੰਜਾਬੀ ਦੇ ਵਿੱਚ ਕਿਵੇਂ ਬਦਲਣਾ ਨੇ? ਤੁਸੀਂ ਇੰਗਲਿਸ਼ ਚ ਲਿਖਣਾ, ਓਬਵੀਅਸਲੀ ਕੋਟਸ ਜ਼ਿਆਦਾ ਇੰਗਲਿਸ਼ 'ਚ ਹੀ ਬੰਦਾ ਉਹ ਕਰਦਾ ਹੁੰਦਾ, ਪੰਜਾਬੀ ਦੇ ਵਿੱਚ ਤੁਸੀਂ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣੀ ਜ਼ਿੰਦਗੀ ਨੂੰ ਲਿਖਣਾ 2 ਲਾਈਨਾਂ ਚ 3 ਲਾਈਨਾਂ 'ਚ, ਜਿੱਦਾਂ ਮਰਜ਼ੀ ਲਿਖੋ, ਜਿਹਦੇ ਨਾਲ ਤੁਸੀਂ ਹਮੇਸ਼ਾ ਪੋਜ਼ਿਟਿਵ ਰਹਿੰਦੇ ਹੋ। ਡਨ। ਥੈਂਕ ਯੂ ਸੋ ਮਚ। ਤੇ ਕਿਵੇਂ ਲੱਗਿਆ ਮੇਰੀਆਂ ਗੱਲਾਂ ਸੁਣ ਕੇ, ਔਰ ਕਿਵੇਂ ਲੱਗਿਆ ਮੇਰਾ ਟਾਕ ਟੂ ਮੀ ਦਾ ਐਪੀਸੋਡ, ਕਮੈਂਟ ਕਰਕੇ ਦੱਸ ਸਕਦੇ ਹੋ, ਔਰ ਸਬਸਕ੍ਰਾਈਬ ਕਰੋ ਪਿਟਾਰਾ ਦਾ YouTube ਚੈਨਲ। ਪਿਟਾਰਾ ਸਾਰਿਆਂ ਦਾ ਪਿਟਾਰਾ ਹੋ ਸਾਡਾ ਆ